गुर प्रसाद। ज्ञान ध्यान किछ कर्म ना जाना, नाहि न निर्मल करनी। साध संगत के अंचल लावो, बिखम नदी जाए तरनी। साध संगत के अंचल लावो, बिखम नदी जाए तरनी। सतनाम वाहेगुरु साहिब जियो। राग सूही अष्टपदियाँ, महला पंजवा। घर पहला एक ओंकार सतगुर प्रसाद। उर्ज रह्यो बिखया कै संगा, मनहि व्यापत अनेक तरंगा। उर्ज रह्यो बिखया कै संगा, मनहि व्यापत अनेक तरंगा। मेरे मन आगम अगोचर, कत पाइयै पूरन परमेश्वर रहाओ। मोह मगन मह रिहा व्यापे, अत तृष्णा कबहूँ नहीं त्रापै। बसहि क्रोध शरीर चंडारा, अज्ञान न सूझै महागुबारा। ब्रह्मत व्यापत जरे की वारा, जान ना पाइयै प्रभ दरबारा। आसा अंदेसा बंद पराना, महल न पावै फिरत बेगाना। सगल व्याध कै वस कर दीना, फिरत प्यास ज्यों जल बिन मीना। कछु सियानप उकत न मोरी, एक आस ठाकुर प्रभ तोरी। करो बेनती संतन पासे, मेल लह नानक अरदासे। भयो कृपाल साध संग पाया, नानक तृप्ते पूरा पाया। भयो कृपाल साध संग पाया, नानक तृप्ते पूरा पाया। रहाओ दूजा। वाहिगुरु जी का खालसा, वाहिगुरु जी की फतेह। जुगो जुगो टल शब्द सतगुरु, धन धन गुरु ग्रंथ साहिब जी। गुरु पातशाह जी दी अपर अपार मेहरामत, शाम समय असी सत्संगत माण रहे हाँ। ये समा गुरबाणी व्याख्या दा है। इस विच सूही राग दे अष्टपदी सानू प्राप्त ने। गुरु अर्जन पातशाह द्वारा उचरित किया गया मुकामी शब्द, जिदी तकरीर कोई बीते 2 दिन तो सी विचार रहे हाँ, उन्होंने सांच पा रहे हैं। अज समुचा शब्द विचारांगे। रहाओ दे बंद तो विचार का आगाज कर रहे हैं। गुरुदेव कह रहे ने, मेरे मन आगम अगोचर, कत पाइयै पूਰਨ परमेश्वर रहाओ। ਜਦੋਂ ਅਸੀਂ ਧਰਮ ਜਾਂ ਧਾਰਮਿਕ ਪ੍ਰਾਪਤੀ ਦੀ ਗੱਲ ਕਰਦੇ ਹਾਂ, ਤੇ ਇਹਦੇ ਵਿੱਚ ਜਿਹੜੇ ਮੋਸਟਲੀ ਆਰਗੇਨਾਈਜ਼ਡ ਰਿਲੀਜੀਅਸ ਸਕੂਲਸ ਆਉਂਦੇ ਨੇ, ਉਹ ਸਾਰੇ ਜਿਹੜੀ ਸਭ ਤੋਂ ਮੇਨ ਚੀਜ਼ ਆ, गॉड, रब, अल्लाह, राम, जो मतलब एक
ਸ਼ਕਤੀ ਉਸ ਦੀ ਬਾਤ ਹੁੰਦੀ ਕਿ ਉਹਦੇ ਨਾਲ ਅਸੀਂ ਜੁੜਨਾ ਹੈਗਾ। ਸਿੱਖੀ ਆਸ਼ੇ ਦੇ ਵਿੱਚ ਵਿਦਆਊਟ ਐਨੀ ਡਾਊਟ, ਜਿਵੇਂ ਅਸੀਂ ਇੱਕ ਓਂਕਾਰ ਦੀ ਵਿਆਖਿਆ ਤੁਸੀਂ ਜੇ ਕਿਤੇ ਪੜ੍ਹੀ ਹੋਏ ਅੰਗਰੇਜ਼ੀ ਜ਼ਬਾਨ ਦੇ ਵਿੱਚ ਜਾਂ ਕਿਸੇ ਟਰਾਂਸਲੇਸ਼ਨ ਵਿੱਚ, ਤੇ ਗੋਡ ਇਜ਼ ਵਨ ਇਹ ਲਫ਼ਜ਼ ਲਿਖਿਆ ਹੁੰਦਾ, ਇੱਕ ਓਂਕਾਰ। ਹਾਲਾਂਕਿ ਜਿਹੜਾ ਗੋਡ ਇਟ ਸੈਲਫ ਲਫ਼ਜ਼ ਆ ਤੇ ਟੈਸਟਾਮੈਂਟਸ ਵਿੱਚੋਂ ਆ ਰਿਹਾ ਆ, ਉਹਦੀ ਇੱਕ ਆਪਣੀ ਉਹਨਾਂ ਦੀ ਇੱਕ ਐਕਸਪਲੇਨੇਸ਼ਨ ਹੈਗੀ ਹੈ। ਗੋਡ ਜਿਹਨੇ ਹੈਵਨ ਬਣਾਈ, ਐਡਮ ਈਵ ਦਾ ਕੌਨਸੈਪਟ ਲਿਆਂਦਾ, ਸਾਰਾ ਉਸ ਸਾਰੇ ਰੂਪ ਦੇ ਵਿੱਚ ਉਹਨਾਂ ਦਾ ਆਪਣਾ ਡਾਕਟਰੀਨ ਹੈ, ਉਹ ਸਾਰੇ ਉਸ ਲੈਵਲ 'ਤੇ ਉਹਦੀ ਬਾਤ ਆ। ਜਦੋਂ ਅਸੀਂ ਗੁਰਬਾਣੀ ਦੇ ਕੌਨਸੈਪਟ ਵਿੱਚ ਗੱਲ ਕਰਦੇ ਹਾਂ ਤਾਂ ਗੁਰਬਾਣੀ ਇੱਕ ਓਂਕਾਰ, ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਓਂਕਾਰ ਦੀ ਵਿਆਖਿਆ ਤਾਂ ਬੜੇ ਸੋਹਣੇ ਢੰਗ ਨਾਲ ਮਿਲਦੀ, ਇੱਕ ਦੀ ਵਿਆਖਿਆ ਵੀ ਮਿਲਦੀ ਹੈ। ਤੁਸੀਂ ਸ਼ਬਦਾਂ ਦੇ ਸ਼ਬਦ ਪੜ੍ਹਦੇ ਹੋ, ਇੱਕ ਕੀ ਹੈ? ਸਭ ਕਹਿੰਦੇ ਇੱਕੋ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ ਮੇਰਾ, ਇੱਕੋ ਸਾਹਿਬ ਹੈ, ਉਹਦੀ ਗੱਲ ਹੋ ਰਹੀ ਹੈ ਇਹਦੇ ਵਿੱਚ। ਏਕਮ ਏਕੰਕਾਰ ਨਿਰਾਲਾ, ਉਹ ਨਿਰਾਲਾ ਉਸ ਇੱਕ ਦੀ ਗੱਲ ਹੋ ਰਹੀ ਹੈ। ਅਮਰ ਅਜੋਨੀ ਜਾਤ ਨਾ ਜਾਲਾ, ਜਿਹੜਾ ਇਸ ਸਾਰੇ ਤੋਂ ਬਿਲਕੁਲ ਲਾਮੇ ਹੈ, ਅਗਮ ਅਗੋਚਰ ਰੂਪ ਨਾ ਰੇਖਿਆ, ਜਿਹਦੀ ਕੋਈ ਰੂਪ ਰੇਖਾ ਵੀ ਕੋਈ ਨਹੀਂ, ਉਸ ਇੱਕ ਦੀ ਗੱਲ ਹੋ ਰਹੀ ਹੈ। ਉਸ ਇੱਕ ਨੂੰ ਇੱਕ ਐਸੇ ਹਾਲਤ ਵਿੱਚ ਜਿਹਨੂੰ ਓਅੰਕਾਰ ਕਿਹਾ ਗਿਆ, ਓਅੰਕਾਰ ਆਕਾਰ ਕਰ, ਜਿਹਦੇ ਵਿੱਚੋਂ ਆਕਾਰ ਆ ਰਹੇ ਨੇ ਸਾਰੇ। ਸੇ ਕੋਮਨੀ ਪ੍ਰੈਜ਼ੈਂਟ ਹਸਤੀ ਦੀ ਗੱਲ ਹੋ ਰਹੀ ਹੈ, ਐਗਜ਼ਿਸਟ ਕਰਨ ਵਾਲੀ ਉਸ ਹੁਕਮ ਤਾਮੀਰ, ਉਸ ਜਿਹਨੂੰ ਅੱਜ ਕੱਲ੍ਹ ਅਸੀਂ ਕੋਜ਼ਮੋ ਦੇ ਰੂਪ ਵਿੱਚ ਵੇਖਦੇ ਹਾਂ, ਲਾ ਆਫ ਕੋਜ਼ਮੋ ਦੇ ਰੂਪ ਵਿੱਚ ਕਹਿੰਦੇ ਹਾਂ, ਐਗਜ਼ਿਸਟੈਂਸ ਦੇ ਰੂਪ ਵਿੱਚ। ਇਹਦੇ ਸੋ ਮੈਨੀ ਡਿਫਰੈਂਟ ਥਿੰਗਸ ਇਸ ਤਰੀਕੇ ਨਾਲ ਆਉਂਦੀਆਂ ਨੇ। ਗੁਰਬਾਣੀ ਨੇ ਵਾਰ-ਵਾਰ ਬਿਆਨ ਕੀਤਾ ਕਿ ਦੇਖ ਬੰਦੇ, ਇਹ ਮਜ਼ਮੂਨ ਤੇਰੇ ਵਾਸਤੇ ਬੜਾ ਕੰਪਲੈਕਸ ਹੈ। ਜਿਵੇਂ ਬੱਚੇ ਇਹਨਾਂ ਮੁਲਕਾਂ 'ਚ ਏਥੀਇਸਟ ਬਣਦੇ ਅਤੇ ਕਹਿੰਦੇ ਦੇयर ਇਜ਼ ਨੋ ਗੋਡ, ਅਸੀਂ ਕਹਿੰਦੇ ਦੇਖੋ ਕੈਸੀਆਂ ਗੱਲਾਂ ਕਰਦੇ ਨੇ, ਪਾਗਲ ਨੇ। ਬਾਣੀ ਦਾ ਪਰਸਪੈਕਟਿਵ ਇਹ ਹੈਗਾ, ਜਿਹੜਾ ਗੋਡ ਜਾਂ ਰੱਬ ਜਾਂ ਉਸ ਸ਼ਕਤੀ ਦੀ ਗੱਲ ਹੋ ਰਹੀ ਹੈ, ਉਹ ਤਾਂ ਆਪਣੇ ਆਪ ਵਿੱਚ ਮੌਜੂਦ ਆ। ਉਹਨੂੰ ਮੰਨਣ ਜਾਂ ਮੰਨਣ ਨਾਲ ਕੋਈ ਨਾ ਮੰਨਣ ਨਾਲ ਫਰਕ ਨਹੀਂ ਪੈਂਦਾ। ਇਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੇ, ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਮੈਂ ਉਹਨੂੰ ਮੰਨਾਂ ਨਾ ਮੰਨਾਂ, ਉਹ ਮਰ ਥੋੜ੍ਹਾ ਚੱਲਾ, ਉਹਦੀ ਹੋਂਦ ਤੇ ਆਪਣੇ ਆਪ ਤੋਂ ਆ। ਪਰ ਗੱਲ ਇਹ ਹੈ ਕਿ ਜਿਹੜਾ ਐਕਚੁਅਲ ਰਿਲੀਜੀਅਸ ਵਰਕ, ਜਿਹੜਾ ਸਪਿਰਿਚੁਅਲ ਕ੍ਰਾਈਟੀਰੀਆ ਹੈਗਾ, ਜਿਹਨੂੰ ਗੁਰਬਾਣੀ ਕਹਿੰਦੀ ਫੁਲਫਿਲ ਕਰਨਾ ਆ, ਫੋਲੋ ਕਰਨਾ ਆ, ਉਹ ਹੈਗਾ ਹੂ ਯੂ ਆਰ। ਜੇ ਤੈਨੂੰ ਆਪਣੇ ਆਪੇ ਦਾ ਨਹੀਂ ਪਤਾ, ਆਪਣੇ ਆਪੇ ਦੀ ਸਮਝ ਨਹੀਂ ਹੈਗੀ, ਰੱਬ ਨੂੰ ਸਮਝ ਕੇ ਕੀ ਕਰੇਗਾ? ਆਲੇ ਦੁਆਲੇ ਨੂੰ ਸਮਝ ਕੇ ਕੀ ਕਰੇਗਾ? ਇਹਨੂੰ ਸਰਲ ਕਰ ਦੇਣਾ ਵਾ। ਘਰਾਂ ਥਾਵਾਂ ਦੇ 'ਚ ਰਿਸ਼ਤੇ ਨਾਤੇ ਸੰਬੰਧ ਅਸੀਂ ਬੜਾ ਇਤਰਾਜ਼ ਕਰਦੇ, ਮੈਨੂੰ ਫਲਾਣੇ ਨੇ ਨਹੀਂ ਸਮਝਿਆ, ਮੈਨੂੰ ਫਲਾਣਾ ਨਹੀਂ ਜਾਣਦਾ, ਮੈਨੂੰ ਉਹਨੇ ਮੇਰੀ ਇੰਪੋਰਟੈਂਸ ਨਹੀਂ ਜਾਣੀ। ਉਹਨੇ ਭਲਿਆ ਤੂੰ ਆਪਣੇ ਆਪ ਨੂੰ ਜਾਣਿਆ? ਡੂ ਯੂ ਨੋ ਯੋਰ ਸੈਲਫ ਪ੍ਰੋਪਰਲੀ? ਮਤਲਬ ਅਜੇ ਤਾਂ ਆਪਣੇ ਆਪ ਬਾਰੇ ਨਹੀਂ ਪਤਾ, ਕਿਸੇ ਨੂੰ ਕੀ ਦੱਸਾਂਗੇ, ਕੀ ਸਮਝਾਵਾਂਗੇ, ਕੀ ਦਰਸਾਵਾਂਗੇ? ਸੋ ਗੁਰੂ ਬਾਬਾ ਜੀ ਨੇ ਚ ਬਾਤ ਕੀਤੀ, ਜਿਹੜੀ ਸਾਡੀ ਰੀਅਲ ਸੈਲਫ ਆ, ਜਿਹੜਾ ਜਿਹਦੇ 'ਚ ਸਾਡਾ ਸਾਰਾ ਪਰਸੋਨਾ ਜਿਹੜਾ ਆ ਉਹ ਇੱਕ ਤਰ੍ਹਾਂ ਦੇ ਨਾਲ ਬਿਲਟ ਹੁੰਦਾ ਆ, ਉਹ ਹੈਗਾ ਸਾਡੀ ਮਨੋਬਿਰਤੀ, ਮਨ ਜਿਹਨੂੰ ਅਸੀਂ ਕਹਿੰਦੇ ਆ। ਆ ਜਿਹੜਾ ਸ਼ਬਦ ਹੀ ਗੁਰੂ ਸਾਹਿਬ ਨੇ ਸ਼ੁਰੂ ਕੀਤਾ ਹੈਗਾ, ਗੁਰੂ ਅਰਜਨ ਸਾਹਿਬ ਕਹਿੰਦੇ ਮੇਰੇ ਮਨ ਅਗਮ ਅਗੋਚਰ। ਮਨ ਹੀ ਅਗਮ ਹੈ, ਮਨ ਹੀ ਅਗੋਚਰ ਹੈ, ਮਨ ਹੀ ਨਹੀਂ ਪਕੜ ਚਾਹੁੰਦਾ। ਮਨ ਦੀ ਦੁਨੀਆ ਹੀ ਸਵਰ ਕੇ ਸਵਰ ਨਹੀਂ ਪਾਉਂਦੀ। ਸੋ ਸਾਡਾ ਫੋਕਸ ਸਾਰਾ ਉਹਦੇ 'ਤੇ ਹੀ ਹੈ, ਉਹਦੇ 'ਤੇ ਹੀ ਜ਼ੋਰ ਦੇਣਾ। ਬਾਬਾ ਕਬੀਰ ਜੀ ਦੇ ਸ਼ਬਦ ਅਸੀਂ ਕਈ ਵਾਰੀ ਵਿਚਾਰਦਾ, ਮੰਮਾ ਮਨ ਸਿਓ ਕਾਜ ਹੈ, ਮਨ ਸਾਧੇ ਸਿੱਧ ਹੋਏ। ਬਾਬਾ ਕਬੀਰ ਨੂੰ ਕੋਈ ਪੁੱਛਦਾ ਹੋਣਾ ਹੈ ਵੀ ਚਲੋ ਠੀਕ ਹੈ, ਤੂੰ ਸਾਡੀਆਂ ਮਰਿਆਦਾਵਾਂ ਨੂੰ ਨਹੀਂ ਮੰਨਦਾ, ਸਾਡੇ ਜਿਹੜਾ ਸੋਸ਼ਲ ਸਟਰਕਚਰ ਨੂੰ ਨਹੀਂ ਮੰਨਦਾ, ਜੋ ਬ੍ਰਾਹਮਣ ਨੇ ਮਨੂਵਾਦੀ ਸੋਚ ਨੇ ਸਭ ਨੇ ਬਿਲਡ ਕੀਤਾ। ਬਾਬਾ ਕਬੀਰ ਜੀ ਦੇ ਖਿਲਾਫ ਖੜੇ ਹੋਏ, ਪਰ ਐਟਲੀਸਟ ਸਭ ਦੇ ਖਿਲਾਫ ਖੜੇ ਹੋਣ ਦੇ ਬਾਵਜੂਦ ਵੀ ਧਰਮ ਦੀ ਗੱਲ ਤਾਂ ਤੂੰ ਵੀ ਕਰਦਾ ਆ। ਤੂੰ ਵੀ ਆਖਰਕਾਰ ਇਹੋ ਜਿਹੀਆਂ ਗੱਲਾਂ ਕਰਦਾ ਵੀ ਲੋਕ ਜਾਣੇ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ ਤੇ ਤੂੰ ਵੀ ਦੇਣਾ ਹੈ। ਤੂੰ ਵੀ ਕਿਤੇ ਨਾ ਕਿਤੇ ਬ੍ਰਹਮ ਆਸਥਾ ਤੇ ਰੱਖਦਾ ਥੋੜ੍ਹੀ ਬਹੁਤੀ। ਇਹ ਸਾਰੀ ਬਾਤ ਕੀ ਹੈ? ਤਾਂ ਸ਼ਬਦ ਜਿਹੜੇ ਬਿਆਨ ਕਰਦਾ, ਮੰਮਾ ਮਨਸਿਓ ਕਾਜ ਹੈ। ਇਹ ਕਾਜ ਮੇਰਾ ਆਪਣੇ ਮਨ ਨਾਲ, ਆਪਣੀ ਦੁਨੀਆ ਨੂੰ ਸਵਾਰਨ ਵਾਸਤੇ, ਅੰਦਰ ਨੂੰ। ਮਨ ਸਾਧੇ ਸਿੱਧ ਹੋਏ, ਮਨ ਨੂੰ ਸਾਧਾਂਗਾ ਤਾਂ ਹੀ ਸਾਧਕ ਬਣ ਸਕਾਂਗਾ, ਤਾਂ ਸਿੱਧ ਹੋਏਗੀ, ਤਾਂ ਅਸਲ ਜੀਵਨ ਸਵਰੇਗਾ। ਇਹ ਅਗਮ ਅਗੋਚਰ ਹੈ। ਆਪਣੇ ਆਪ ਬਾਰੇ ਜਾਣਕਾਰੀ ਪ੍ਰਾਪਤ ਕਰਨੀ। ਅੱਜ ਮੈਂਟਲ ਹੈਲਥ 'ਚ ਗੱਲ ਕਹੀ ਜਾਂਦੀ ਹੈ, ਵੀ ਆਲ ਹੈਵ ਸਮ ਕਾਈਂਡ ਆਫ ਟ੍ਰਿਗਰਸ, ਸਮ ਕਾਈਂਡ ਆਫ
weakness is some kind of area where we have to pay attention, ਜਿਵੇਂ ਸੱਚ ਐ ਕਿਸੇ ਨੂੰ ਐਂਗਰ ਤੰਗ ਕਰਦਾ ਆ, ਐਂਗਰ ਆਊਟ ਆਫ ਦਾ ਬਲੂ ਆ ਕੇ ਤੋਂ ਤੰਗ ਨਹੀਂ ਕਰਦਾ, ਉਹਦੇ ਕੁਝ ਟ੍ਰਿਗਰਸ ਨੇ, ਉਹਦੇ ਸਾਈਨ ਸਿੰਪਟਮਸ ਨੇ, ਉਹਨਾਂ ਨੂੰ ਫੋਲੋ ਕਰ। ਕਿੰਨਾ ਹਾਲਤਾਂ, ਕਿੰਨਾ ਅਵਸਥਾਵਾਂ, ਕਿੰਨਾ ਗੱਲਾਂ, ਕਿੰਨਾ ਲੋਕਾਂ ਦੇ ਆਲੇ ਦੁਆਲੇ ਕਿਹੋ ਜਿਹੇ ਮਾਹੌਲ ਵਿੱਚ ਰਹਿਣ ਦੇ ਕਰਕੇ ਤੈਨੂੰ ਇਹ ਚੀਜ਼ ਜਿਹੜੀ ਹੈ ਇਸ ਲੈਵਲ ਤੇ ਤੂੰ ਭੁੱਲ ਜਾਣਾ, ਤੂੰ ਅਗਰੈਸਿਵ ਹੋ ਜਾਣਾ, ਅਗਰੈਸ਼ਨ ਆਉਂਦਾ ਤੇਰੇ 'ਚ। ਕੰਮ ਕਰ, ਮਨ ਦੀ ਦੁਨੀਆ ਹੈ। ਡਿਪਰੈਸ਼ਨ ਬਿਨਾਂ ਰੂਟਸ ਤੋਂ, ਬਿਨਾਂ ਬੀਜ ਤੋਂ, ਬਿਨਾਂ ਸੀਡ ਤੋਂ ਧਰਤੀ ਤੇ ਕੁਝ ਵੀ ਪੈਦਾ ਨਹੀਂ ਹੁੰਦਾ। ਡਿਪਰੈਸ਼ਨ ਦਾ ਵੀ ਕੋਈ ਸੀਡ ਹੋਏਗਾ। ਵਾਈ ਯੂ ਹੈਵ depressed feelings, there must be some kind of reason, there must be some kind of roots, have to follow them। ਜੇ ਉਹਨਾਂ ਨੂੰ ਨਹੀਂ ਫੋਲੋ ਕਰੇਗਾ ਬਿਮਾਰੀ ਨਹੀਂ ਕੱਢ ਸਕੇਗਾ। ਸੋ ਇਹ ਕੀ ਹੈ? ਇਹ ਆਪਣੇ ਅੰਦਰ ਦੀ ਦੁਨੀਆ ਨੂੰ ਜਿਹੜੀ ਅਗੰਮ ਗੋਚਰ ਹੈ। ਬੰਦਾ ਕਹਿੰਦਾ ਵੀ ਨਹੀਂ ਮੇਰੇ ਲਈ ਬਹੁਤ ਹਾਰਡ ਹੈ, ਮੈਨੂੰ ਨਹੀਂ ਪਤਾ ਲੱਗਦਾ। ਬਈ ਤੈਨੂੰ ਆਪਣੇ ਆਪ ਦਾ ਤੇ ਪਤਾ ਨਹੀਂ ਲੱਗਦਾ, ਤੇ ਬਾਹਰੋਂ ਪਹਿਲੇ ਦਿਨ ਬੇਨਤੀ ਕੀਤੀ ਸੀ, ਲੋਕ ਕਹਿਣਗੇ ਕਈ ਵਾਰੀ ਰੱਬ ਦੀ ਗੱਲ ਸੁਣਾਓ, ਬਸ ਰੱਬ ਦੇ ਘਰ ਲੈ ਚੱਲੋ। ਗੁਰੂ ਗ੍ਰੰਥ ਸਾਹਿਬ ਵਾਰ-ਵਾਰ ਕਹਿੰਦਾ ਰੱਬ ਦਾ ਘਰ। ਅਸੀਂ ਸ਼ਾਮ ਦੇ ਸਮੇਂ ਬਾਣੀ ਪੜ੍ਹਦੇ ਹਾਂ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਗੁਰੂ ਨਾਨਕ ਸਾਹਿਬ ਕਿਹੋ ਜਿਹਾ ਹੋਏਗਾ ਘਰ, ਕਿਹੋ ਜਿਹਾ ਹੋਏਗਾ ਦਰ, ਜਿੱਥੇ ਤੂੰ ਬੈਠਾ ਹੋਏਗਾ, ਜਿੱਥੇ ਤੂੰ ਸਾਰਿਆਂ ਦੀ ਸੰਭਾਲ ਕਰ ਰਿਹਾ ਹੋਏਗਾ। ਬਾਬਾ ਜੀ ਇੱਕ ਕੁਐਸਚਨ ਮਾਰਕ ਦੇ ਨਾਲ ਸਾਰੀ ਗੱਲ ਸ਼ੁਰੂ ਕਰ ਰਹੇ ਨੇ। ਦੇਖੋ, ਸਾਨੂੰ ਸਮਝਾਉਣ ਵਾਸਤੇ ਉਹ ਦੁਨੀਆ ਦੇ ਲੋਕੋ ਪਾਗਲ ਨਾ ਬਣਿਆ ਜੇ, ਕਮਲੇ ਨਾ ਬਣ ਜਿਆ ਜੇ। ਉਹ ਜਿਹੜਾ ਜ਼ਰਰੇ ਜ਼ਰਰੇ 'ਚ ਜ਼ਰਖੇਜ਼ ਆ, ਫਿਰ ਉਹਦੇ 'ਚ ਅੱਗੇ ਕਿਆ? ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮ ਅਗਮ ਅਪਾਰਾ। ਹੋਰ ਦੇਖੋ ਕੀ ਕਹੋਗੇ? ਅਗਮ, ਅਪਾਰਾ, ਨਿਰੰਜਨ, ਕੀ ਲਫ਼ਜ਼ ਨੇ ਸਾਰੇ। ਤੁਹਾਡੀ ਬੌਧਿਕ ਸਮਰੱਥਾ ਤੋਂ ਪਰੇ ਹੈ, ਤੁਹਾਡੇ ਇੰਦਰੀਆਂ ਦੀ ਸਮਰੱਥਾ ਤੋਂ ਪਰੇ ਹੈ। ਸੋ ਐਵੇਂ ਲੌਸ ਨਾ ਹੋ ਜਾਏ, ਐਵੇਂ ਕਿਸੇ ਦੇ ਮਗਰ ਨਾ ਲੱਗ ਜਾਏ। ਕੋਈ ਬੰਦਾ ਕਹਿੰਦਾ ਮੈਂ ਰੱਬ ਵਿਖਾਉਣਾ, ਮੈਂ ਰੱਬ ਨਾਲ ਜੋੜ ਦੇਣਾ, ਮੈਂ ਫਲਾਓ। ਭਲੇ ਬੰਦੇ, ਪਹਿਲਾਂ ਆਪਣੇ ਆਪ ਨਾਲ ਤੇ ਜੁੜ ਲਈਏ, ਆਪਣੇ ਆਪ ਨੂੰ ਤੇ ਸਮਝ ਲਈਏ। ਜਿੱਦਣ ਸਮਝ ਲਾਂਗੇ ਕਰਤਾਰ ਉਹ ਤੇ ਨਵਾਜਣ ਵਾਲਾ ਆ, ਜ਼ਰਰੇ ਜ਼ਰਰੇ 'ਚ ਮੌਜੂਦ ਆ। ਕਿਹੜੀ ਜਗ੍ਹਾ ਆ? ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਅੰਦਰ ਵੇਖਦਾ, ਬਾਹਰ ਤੇ ਜੋ ਦਿਸੇਗਾ ਦਿਸੇਗਾ, ਅੱਖਾਂ ਵਿੱਚ ਵੀ ਤੇ ਉਹਦੀ ਲੋ ਹੀ ਏ। ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ। ਦੇਖੋ ਗੁਰੂ ਅਮਰਦਾਸ ਸਾਹਿਬ, ਅੱਖੀਂ ਅੰਦਰ ਵੇਖਦਾ, ਦਰਸ਼ਨ ਵਿੱਚ ਦਿਸੈ, ਤੇ ਬਾਹਰ ਵੀ ਉਹੀ ਦਿਸ ਰਿਹਾ। ਜਿਹਨੂੰ ਸਾਹਿਬ ਨੇ ਇਸ ਤਰ੍ਹਾਂ ਬਿਆਨ ਕੀਤਾ, ਆਪੇ ਰਸ, ਰਸੀਆ ਆਪ, ਰਸ ਵੀ ਉਹ ਹੈ, ਰਸੀਆ ਵੀ ਉਹ ਹੈ, ਤੇ ਇਹਦੇ ਦਰਮਿਆਨ ਵੀ ਜੋ ਕੁਝ ਵਾਪਰੇ ਉਹ ਵੀ ਉਹ ਆਪ ਹੀ ਹੈ। ਜਿਹਨੂੰ ਕਿਹਾ ਗਿਆ ਵੀ ਆਪੇ ਨੇੜੇ ਦੂਰ ਆਪੇ ਹੀ, ਆਪੇ ਮੰਝ ਮਿਆਨੋ। ਨੇੜੇ ਵੀ ਹੈ, ਦੂਰ ਵੀ ਹੈ, ਦਰਮਿਆਨ ਵੀ ਹੈ। ਕੋਈ ਕਹਿ ਰਿਹਾ ਰੱਬ ਬੜੀ ਦੂਰ ਹੈ, ਕੋਈ ਕਹਿ ਰਿਹਾ ਬੜੀ ਨੇੜੇ ਹੈ, ਕੋਈ ਕਹਿੰਦਾ ਨਹੀਂ ਦਰਮਿਆਨ ਜਿਹਾ। ਗੁਰੂ ਅਰਜਨ ਸਾਹਿਬ ਕਹਿੰਦੇ ਹਰ ਥਾਂ ਤੇ ਹੀ ਹੈ। ਕਿਹੜੀ ਜਗ੍ਹਾ ਤੇ ਕਹੋਗੇ ਜਿੱਥੇ ਨਹੀਂ ਹੈਗਾ ਉਸ ਰੂਪ ਦੇ ਵਿੱਚ? ਭਈ ਕੰਮ ਇਹ ਹੈ, ਆਪਣੇ ਆਪ ਨੂੰ ਸੰਭਾਲ, ਆਪਣੇ ਆਪ ਦੀ ਜਿਹੜਾ ਹੈ ਉਹਦੇ 'ਤੇ ਧਿਆਨ ਦੇ। ਮਨ ਦੀ ਦੁਨੀਆ ਅਗੰਮ ਆ, ਅਗੋਚਰ ਆ, ਸਾਨੂੰ ਸਮਝ ਨਹੀਂ ਆ ਰਹੀ। ਇਸੇ ਕਰਕੇ ਸਾਡੇ ਸਾਹਮਣੇ ਚੀਜ਼ਾਂ ਸਾਡੇ ਹੱਥੋਂ ਵਿਗੜ ਜਾਂਦੀਆਂ ਨੇ, ਖਰਾਬ ਹੁੰਦੀਆਂ ਨੇ। ਵੈਸੇ ਗੱਲ ਹੋ ਰਹੀ ਹੈ ਬਿਹੇਵੀਅਰ ਸਾਈਡਸ ਤੋਂ, ਇੱਥੇ ਗੱਲ ਹੋ ਰਹੀ ਹੈ ਹਿਊਮਨ ਚੋਇਸਿਸ ਦੀ ਸਾਈਡ ਤੋਂ, ਇੱਥੇ ਗੱਲ ਹੋ ਰਹੀ ਹੈ ਜਿਹੜੇ ਸਾਡੇ ਵਰਤੋਂ ਵਿਹਾਰ ਦੇ ਤਰੀਕੇ ਨੇ, ਜਿਨ੍ਹਾਂ ਨੂੰ ਮਨ ਡਰਾਈਵ ਕਰਦਾ ਆ। ਦੂਸਰੀ ਜਿਹੜੀ ਲਾਈਨ ਗੁਰੂ ਸਾਹਿਬ ਨੇ ਲਿਖੀ, ਕਤ ਪਾਈਐ ਪੂਰਨ ਪਰਮੇਸ਼ਰ। ਬਾਕੀ ਜੇ ਕੋਈ ਕਿ ਮੈਂ ਪੂਰਨ ਪਰਮੇਸ਼ਰ, ਸਾਹਿਬ ਕਹਿੰਦੇ ਕਤ ਪਾਈਏ। How can you make 100% association with Almighty? ਇਹ ਨਹੀਂ ਹੈ। ਉਹਦਾ ਤੇ ਅਹਿਸਾਸ, ਆਭਾਸ ਸੁਰਤ 'ਚ ਆਏਗਾ। ਇਹੀ ਮਨੁੱਖਾ ਜੀਵਨ ਆ। ਬਾਕੀ ਭਾਈ ਗੁਰਦਾਸ ਜੀ ਨੇ ਕਿਹਾ, ਕਰਤਾ ਕਾਦਰ ਕਿਨੇ ਨਾ ਲਖਿਆ। ਕਿਸੇ ਨੇ ਕਾਦਰ ਨਹੀਂ ਦੇਖਿਆ, ਕੁਦਰਤ ਧਾਰ ਕੀਆ ਅਵਤਾਰਾ। ਜੋ ਕੁਝ ਵੀ ਨਜ਼ਰ ਆਉਂਦਾ ਕੁਦਰਤੀ ਹੈ। ਕਾਦਰ ਤੇ ਹੈ ਹੀ ਅਗੋਚਰ, ਉਹ ਤੇ ਉਸ ਕਿਸੇ ਰੂਪ 'ਚ ਪਕੜ 'ਚ ਨਹੀਂ ਆਉਂਦਾ। ਇਹ ਰਹਾ ਉਹਦਾ ਪਤਾ ਸੀਗਾ। ਹੁਣ ਜਿਹੜੇ ਜਿੰਨਾ ਜਗ੍ਹਾ 'ਤੇ ਅਸੀਂ ਕੰਮ ਕਰਨਾ ਸੀਗਾ, ਉਹਦੀ ਬੜੀ ਡਿਟੇਲਡ ਗੱਲ ਹੋਈ। ਅਸੀਂ ਉਰਜ ਰਹੋ ਵਿਖਿਆ ਕੈ ਸੰਗਾ, ਸਵੇਰ ਤੋਂ ਸ਼ਾਮ ਤੱਕ ਜ਼ਹਿਰ ਦੇ ਨਾਲ ਉਲਝੇ ਪਏ ਹਾਂ। ਅਤੇ ਇਹ ਜ਼ਹਿਰ ਬਾਹਰ ਨਹੀਂ ਗਾ, ਇਹ ਜ਼ਹਿਰ ਅੰਦਰ ਹੀ ਹੈ। ਹਰ ਇੱਕ ਵਿਚਾਰ ਜਿਹੜਾ ਆ, ਜਿਹਨੂੰ ਆਪਾਂ ਉਸ ਦਿਨ ਵਿਚਾਰ ਰਹੇ ਸੀਗੇ ਨਾ, ਵੀ ਸ਼ਬਰੋਜ਼ ਗਸ਼ਤਮ ਦਰ ਹਵਾ ਕਰਦੇਮ ਬਦੀ ਖਿਆਲ, ਬਦੀ ਦੇ ਖਿਆਲਾਂ ਨਾਲ ਮਨ ਭਰਿਆ ਪਿਆ ਸਾਰਾ। ਬਾਹਰ ਬੰਦੇ ਨੂੰ ਬੜੇ ਲੋਕ ਨਜ਼ਰ ਪੈ ਜਾਂਦੇ, ਇਹ ਤੇ ਬੜਾ ਬਦਸੂਰਤ ਆ, ਇਹ ਬੰਦਾ ਹੋ ਇਹ ਤੇ ਬੜਾ ਬਦਨਾਮ ਬੰਦਾ ਹੈ। ਅਸੀਂ ਇਹ ਲਫ਼ਜ਼ ਆਮ ਯੂਜ਼ ਕਰਦੇ ਹਾਂ, ਫਲਾਂ ਬੰਦਾ ਹੋ ਇਹ ਤੇ ਬੜਾ ਬਦਬਖਤ ਆ, ਇਹ ਤੇ ਬੜਾ ਬਦਨੀਅਤ ਆ। ਦੀਜ਼ ਕਾਈਂਡ ਆਫ ਵਰਡਸ ਵੀ always use
विदाउट पेइंग अटेंशन कि बद बाहर नहीं गा, बदी अंदर है, अंदर पई है बदी सारी। गुरु नानक साहब बयान करते, शब रोज गश्तम दर हवा करदेम बदी ख्याल, बदी दे ख्यालों की पंड बन्नी अंदर तो, इन्हों तोड़। ये है उर्ज रहे हो बिखिया कै संगा, फिर क्या मन है व्यापत अनक तरंगा, रिपल इफेक्ट हो रहा अंदर ऑलरेडी इन्ना पिया आ, बाहरों कोई कंकरी वजदी है, तरंग ते तरंग पैदा हो जाती है। कोई घटना सवेरे वापरी सी, शाम तक अंदर बिल्कुल उलझिया पिया, उसे दे विच ही, कल भी उलझिया, परसों भी उलझिया, इसे चीज़ च बंदा बाहर ही नहीं आ पा रहा उत्तों। ये जिहड़ा है सब कहते मन है व्यापत अनक तरंगा, तरंग ते तरंग उठ रही है इस तरीके दे नाल। अगला बचन सीगा दे विच ही कि मोह मगन मैं रहा व्यापै, मोह मगन च व्यापिया पिया। मोह मगन का व्यापना यह है कि संसार आ, संसार दे विच धीआं पुत्त आर औलाद आले दुआले इन मिठे लगते, इन्ना ज़्यादा खंचत हो जाता, असूल भुल जाते, जिंदगी का डिसिपलिन भुल जाता, सब चीज़ां बंदा इत्थों ही गवाचदा आ। जिन्हों असीं कहने फलाना बच्चा बड़ा स्पोइल्ड खेडिया जी, स्पोइल किदां हो गया भाई, इस तरह हो गया कि ये सोचे ही नहीं मोह विच आके कि इसनूं जिंदगी भी सिखाउणी है, निरीआं चीज़ां नहीं देणियां, इनू कुछ जीवन जीण दा सलीका तरीका भी दसना आ। हर वक्त खुशियां थोड़ा मिलणगियां, फुल थोड़ा मिलणगे, कंडे भी मिलणगे, फ्रस्ट्रेशन भी मिलेगी, रोना भी मिलेगा। दाने लोगों का बचन है बड़े कमाल का, वो कहते बचपन च ना मोस्टली साडे साउथ एशियन कम्यूनिटी च बड़ा है इस किस्म के नाल, बच्चा रोना नहीं चाहिए, ना 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 बस इनू रोन नहीं देना, तंग नहीं करना बिल्कुल भी। वो कहता बस इन्नी की गल है, या छोटी उम्रे न्याणे रवा लो या वड्डे होके आप रो लो। जे आप सारी उम्र नहीं रोना तो थोड़ा बहुता रोन दो उन्होंने, रोना तो पेगा ही ना, आखिरकार वो मंग रहे हर चीज़, तुम पूरी नहीं करोगे तो फ्रस्ट्रेशन तो होएगी भाई। लेट देम डील विद फ्रस्ट्रेशन। उन्होंने कहो कि बेटा आई अंडरस्टैंड, यू नो आई टोटली एग्री, यू वांट इट, you actually have some kind of emotional burst over here, but I'm sorry. As a parent, my job is way bigger. So that's why I cannot allow you to do it. I know better. It's hard. It hurts you. But sorry, I love you. प्यार करदा तेनों, क्या केयर भी करदा तेरी, पर आ चीज़ जिहड़ी है ये अजे तू अंडरस्टैंड नहीं करदा, मुश्किल है। पर मोह कहता नहीं 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 नहीं, ये तो हंझू ना आ जे दी आखे च, इनू मनाना आया, इनू इस तरीके ना करना, सो यह मोह माया। तो फिर अगे अगे वधद्या वधद्या किस लैवल ते बंदा चला जाता कि मतलब आर औलाद दे उस चक्कर च पिया होया। अज तुसीं देखो ये चीज़ें बंदे नूं बहुत तंग कर रही ने। गुरु बाबा जी ने कहा मोह मगन मैं रहा व्यापै, अतृष्णा कबू नहीं त्रापै। फिर तृष्णा बिरती है, तृष्णा कई बार बंदा अपने आप तो उपर उठ जाता, अपने लिए तो बंदा कहता कोई ना मैं तो थोड़ा खा के भी सौ जागा, वड्डी गल नहीं, पर मेरे बच्चे नहीं, नो 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 नो, उन्होंने वास्ते तो हर चीज़ परफेक्ट ही चाहिए है, वधिया ही चाहिए है। फिर एक ऐसे लैवल ते बंदा तुर जाता है, उन्होंने खुद नहीं पता भी सैल्फलैस तो हो गया है, पर सैल्फलैस होकर जिस पासे समर्पित कर लिया, समर्पण कर लिया अपना, वो उस तो भी ज़्यादा कल्ट बन जाएगा। वो बात की गुरु साहब ने ये बस है क्रोध शरीर चंडारा, क्रोधा बिरती। आपको शायद इसका पता होएगा, पंजाबी फोक च भी बड़ी गल है कि जिहड़ा सप हुंदा है, खास करके फीमेल सप, सरपणी, सरपणी ते ऊपर नहीं बलिया, गुरु ग्रंथ साहिब बचन पढ़ते हैं, जिन ब्रह्मा विष्णु महादेव छलिया, जिन्हों असीं नागण भी कह दिंदे आ, जिहड़ा फीमेल स्नेक हुंदा हैगा, उहदे च इतना ज़्यादा मोह हुंदा आ, जदों सरपणी आंडे दिंदी है तो वह आंडिया के उत्ते कुंडल मार के बैठ जाती है, क्योंकि उन्हें बड़ियां दे आंडे खाधे होंदे ने, बड़ियां नूं नुकसान पहुँचाया होंदा, खुराक उहदी एवें दी है ना। हुण उहनूं लगदा है, क्योंकि पंछियां दे सप, पंछियां दे आंडे बहुत खांदा, तुहानूं शायद पता होएगा, उहनूं लगदा है भी जे मैं माड़ा जिहा भी सज्जे खब्बे होई ना तो मेरे आंडे कोई खा जाएगा। सो इस करके आपां जाना नहींगा बिल्कुल इत्थे। उहदे उत्ते बैठी बैठी भुख नाल दो चार हुंदी, मिट्टी खांदी भी मैनू, मतलब इस तरीके दे नाल हुंदा की है, जिवें उहदे शरीर की गरमाइश मिलती है तो जिहड़े ने आंडे क्रैक करते हैं, उहदे चों जिहड़ा हैगा बच्चे निकलते हैं। तो हुण सप दा बच्चा आ तो बड़ा छोटा पर चंचल बहुत है, सपोला जिवें हुंदा जिस तरीके ने एकदम भजदा है। हुण कुंडल मार के बैठी है तो वह एकदम भजदा है, भज के बाहर निकलदा है,
ਤੇ ਉਹਨੂੰ ਲੱਗਦਾ ਹੈ ਵੀ ਓਹੋ ਇਹ ਤੇ ਜਿਹੜਾ ਆ ਇਹ ਤੇ ਬਾਹਰ ਜਾਏਗਾ, ਕੋਈ ਮਾਰ ਦੇਗਾ ਇਹਨੂੰ ਪਤਾ ਨਹੀਂ ਦੁਨੀਆਦਾਰੀ ਬਾਰੇ। ਉਹਨੂੰ ਰੋਕਦੀ ਹੈ, ਜਦੋਂ ਰੋਕਦੀ ਹੈ ਤਾਂ ਰੁਕਦਾ ਨਹੀਂ, ਫਿਰ ਜਾਂਦਾ ਇਤਨਾ ਗੁੱਸਾ ਆਉਂਦਾ ਹੈ। ਚੰਡਾਲ ਬਿਰਤੀ ਇੰਨੀ ਜ਼ਿਆਦਾ ਅੰਦਰ ਜ਼ੋਰ ਪਾਉਂਦੀ ਹੈ, ਖਾ ਜਾਂਦੀ ਉਹਨੂੰ। ਐਕਚੁਅਲੀ ਉਹ ਇਤਨੇ ਮੋਹ ਵਿੱਚ ਹੁੰਦੀ ਹੈ ਕਿ ਉਹਨੂੰ ਇਹ ਨਹੀਂ ਪਤਾ ਲੱਗਦਾ। ਜਿਵੇਂ ਤੁਸੀਂ ਕਦੀ ਦੇਖਿਆ ਹੋਗਾ ਜਿਹਨੂੰ ਆਨਰ ਕਿਲਿੰਗ ਕਹਿੰਦੇ ਆ ਮੁਲਕਾਂ ਦੇ ਵਿੱਚ, ਐਕਚੁਅਲੀ ਅਸੀਂ ਉਹਨੂੰ ਡਿਸਆਨਰ ਕਿਲਿੰਗ ਕਹਿੰਦੇ ਆ। ਉਹ ਲੋਕ ਇਹ ਨਹੀਂ ਕਿ ਬੱਚੇ ਨੂੰ ਪਿਆਰ ਨਹੀਂ ਕਰਦੇ, ਇਤਨਾ ਜ਼ਿਆਦਾ ਕਿ ਉਹਨੂੰ ਲੱਗਦਾ ਕਿ ਉਹ ਹੋ ਇਹ ਤੇ ਬਾਹਰ ਜਾਏਗਾ, ਇਸ ਕਰਕੇ ਉਹਨੂੰ ਬਚਾਉਣ ਦੇ ਚੱਕਰ 'ਚ ਮਾਰ ਦਿੰਦੇ ਨੇ। ਹੁਣ ਆਹ ਰੂਪ ਜਿਹੜਾ ਆ ਇਹ ਚੰਡਾਲ ਕ੍ਰੋਧ ਆ। ਜਦੋਂ ਇਹ ਸਿਰ ਤੇ ਚੜ੍ਹਦਾ ਆ ਬੰਦਾ ਆਪਣੇ ਆਪੇ ਤੋਂ ਬਾਹਰ ਆ ਜਾਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਕੀ ਕਰ ਰਿਹਾ। ਗੁਰੂ ਸਾਹਿਬ ਕਹਿੰਦੇ ਮਨ ਦੀ ਬਿਰਤੀ ਹੈ, ਬਸੈ ਕ੍ਰੋਧ ਸਰੀਰ ਚੰਡਾਰਾ, ਅਗਿਆਨ ਨਾ ਸੂਝੈ ਮਹਾ ਗੁਬਾਰਾ। ਤੇ ਇਤਨਾ ਗੁਬਾਰ ਆ, ਇਹ ਚੀਜ਼ ਸਮਝ ਆ ਕੇ ਵੀ ਸਮਝ ਨਹੀਂ ਆਉਂਦੀ। ਬੰਦੇ ਨੂੰ ਪਤਾ ਲੱਗਦਾ ਮੈਨੂੰ ਕ੍ਰੋਧ ਦਾ ਇਸ਼ੂ ਹੈ, ਲੜਾਈ ਹੋ ਰਹੀ ਹੈ, ਕਲੇਸ਼ ਹੋ ਰਿਹਾ, ਪਰ ਅੰਦਰ ਉਹੀ ਚੀਜ਼ ਫਿਰ ਚੱਲੀ ਜਾ ਰਹੀ, ਪ੍ਰੋਸੈਸ ਹੋ ਰਿਹਾ। ਗੁਬਾਰ ਇਤਨਾ ਹਨੇਰਾ, ਅੱਖਾਂ ਹੀ ਨਹੀਂ ਖੁੱਲ ਰਹੀਆਂ। ਅਗਲਾ ਬਚਨ ਸੀਗਾ ਪ੍ਰਮਤ ਵਿਆਪਤ ਜਰੇ ਕਿਵਾਰਾ। ਭਟਕਣਾ ਤੇ ਮਾਇਆ ਦਾ ਮੋਹ, ਇਹ ਦੋ ਦੀਵਾਰ ਇਸ ਤਰੀਕੇ ਨਾਲ ਦਰਵਾਜ਼ੇ ਲੱਗੇ ਨੇ ਜਿਹੜੇ ਖੁੱਲ ਨਹੀਂ ਰਹੇ। ਬੰਦਾ ਭਟਕ ਰਿਹਾ ਹੈ, ਬੰਦਾ ਮੋਹ ਦੇ ਦੁਨੀਆ ਦੇ ਗਲਤਾਨ ਆ, ਉਹਦੀ ਬਾਤ ਹੋ ਰਹੀ, ਜਾਣ ਨਾ ਪਾਈ ਹੈ ਪ੍ਰਭ ਦਰਬਾਰ। ਤੇ ਫਿਰ ਪ੍ਰਭੂ ਦਾ ਦਰਬਾਰ ਉਹ ਤੇ ਹਾਜ਼ਰ ਨਾਜ਼ਰ ਹੈ, ਉਹ ਨਾ ਦਰਵਾਜ਼ੇ ਖੁੱਲ੍ਹਦੇ ਨਾ ਉਹਦੇ ਨਾਲ ਸਾਂਝ ਪੈਂਦੀ ਹੈ। ਅਗਲਾ ਬਚਨ ਸੀ ਆਸਾ ਅੰਦੇਸਾ ਬੰਦ ਪਰਾਨਾ। ਬੰਦੇ ਦੀਆਂ ਲੱਤਾਂ ਨਾਲ ਦੋ ਪੱਥਰ ਵੱਜੇ ਨੇ। ਆਸਾ ਅੰਦੇਸਾ, ਖਾਸ਼ਾਂ, ਡਿਜ਼ਾਇਰਸ, ਅਨਲਿਮਿਟਿਡ ਡਿਜ਼ਾਇਰਸ, ਇੱਛਾਵਾਂ ਜਿਹੜੀਆਂ ਨੇ। ਹੁਣ ਉਹ ਮੈਂ ਸਪੋਜ਼ ਸਿੰਪਲ ਕਰ ਦਈਏ, ਬੰਦੇ ਨੇ ਕਿਹਾ ਇੰਡੀਆ ਰਹਿੰਦਾ ਹੈ, ਬਸ ਇੱਕ ਵਾਰੀ ਕੈਨੇਡਾ ਦਾ ਵੀਜ਼ਾ ਲਾ ਲਿਆ ਨਾ ਕਿਤੇ, ਦੈਟਸ ਗੁੱਡ। ਲੱਗ ਗਿਆ ਤੇ ਇੱਥੇ ਪਹੁੰਚ ਗਏ। ਤੇ ਹੁਣ ਡਿਜ਼ਾਇਰਸ ਅਗਲੀਆਂ ਆ ਗਈਆਂ। ਉਹਦੇ ਸਿਰਫ ਅਸੀਂ ਵੀ ਇੱਕ ਵਾਰੀ ਪਹੁੰਚ ਕੇ ਹੁਣ ਡਿਜ਼ਾਇਰ ਨਹੀਂ, ਹੁਣ ਜਲਦੀ ਤੋਂ ਜਲਦੀ PR ਹੋ ਜਾਏ, ਆਪ ਜੌਬ ਮਿਲ ਜਾਏ, ਸਾਰਾ ਕੁਛ ਲੋ ਹੋ ਗਿਆ। ਹੁਣ ਨਹੀਂ, ਇਸ ਤੇ ਨਹੀਂ, ਅਗਲੇ ਪੜਾਅ 'ਚ ਆ ਗਿਆ। ਹੁਣ ਜਲਦੀ ਤੋਂ ਜਲਦੀ ਘਰ ਮਿਲ ਜਾਏ, ਆਪਣਾ ਹਮ ਅਮੀਰ ਹੋ ਜਾਈਏ, ਆਪਣਾ ਕਾਰੋਬਾਰ, ਮਤਲਬ ਤੇ ਇਹ ਸਭ ਕੁਝ ਵੀ ਹੋ ਜਾਏ। ਤੇ ਇਹ ਥੋੜਾ ਵੀ ਡਿਜ਼ਾਇਰਸ ਰੁਕ ਜਾਣਗੀਆਂ, ਨੋ, ਇਹ ਅੱਗੇ ਤੁਰਨਗੀਆਂ ਉਸ ਰੂਪ ਵਿੱਚ। ਆਸਾ ਅੰਦੇਸਾ ਲਗਾਤਾਰਤਾ ਦੇ ਨਾਲ ਵਧੀ ਤੁਰਿਆ ਲਗਾ ਜਾ ਰਿਹਾ। ਇਹ ਤੇ ਕਿਤੇ ਨਾ ਕਿਤੇ ਮਨ ਨੂੰ ਜਾ ਕੇ ਗ੍ਰਿਪ ਕਰੋਗੇ, ਉਹਨੂੰ ਕਾਬੂ ਕਰੋਗੇ, ਉਹਨੂੰ ਸੰਤੋਖ ਵਿੱਚ, ਉਹਨੂੰ ਕਿਸੇ ਤਰੀਕੇ ਨਾਲ ਕਿਸੇ ਇੱਕ ਥਾਟ ਵਿੱਚ ਕੰਟੇਨ ਕਰੋਗੇ। ਇਹ ਮਨ ਦੀ ਦੁਨੀਆ ਦੀ ਸੰਭਾਲ ਆ। ਜੇ ਨਹੀਂ ਹੋ ਸਕੇਗੀ, ਬੰਦਾ ਮਿਲ ਹੀ ਜਾਏਗਾ, ਪ੍ਰਾਪਤ ਵੀ ਹੋ ਜਾਏਗਾ ਸਭ ਕੁਝ, ਪਰ ਜੋ ਮਿਲਿਆ ਪ੍ਰਾਪਤ ਹੋਇਆ ਉਹ ਸਾਰੇ ਦਾ ਸਾਰਾ ਮਤਲਬ ਵੈਲਿਊ ਲੈਸ ਹੋ ਜਾਏਗਾ, ਉਹਦੀ ਕੋਈ ਵੈਲਿਊ ਨਹੀਂ। ਕੁਛ ਹੋਰ ਆ ਖਾਸ ਲਈ ਮਨ ਭਟਕ ਰਿਹਾ ਰਾਤ ਦਿਨ, ਫਿਰ ਨੀਂਦ ਨਹੀਂ ਆ ਰਹੀ, ਫਿਰ ਉਹੀ ਚੀਜ਼ ਚੱਲੀ ਜਾ ਰਹੀ ਹੈ ਵੀ ਨਹੀਂ ਅਗਲੀ ਚੀਜ਼, ਆਹ ਚੀਜ਼ ਜਿੰਦਰ ਨਹੀਂ ਨਾ ਹੁੰਦੀ ਉਨੀ ਦੇਰ ਤੱਕ ਨਹੀਂ ਹੋ ਜਾਏਗੀ। ਉੱਥੇ ਫਿਰ ਨਹੀਂ ਟਿਕਿਆ, ਫਿਰ ਅੱਗੇ ਤੁਰ ਗਿਆ। ਜਿਹਨੂੰ ਅਸੀਂ ਬਚਨ ਪੜ੍ਹਦੇ ਹਾਂ, ਮਹਾਰਾਜ ਜ਼ਿਕਰ ਕਰਦੇ ਵੀ ਹਾਲਤ ਇਹ ਹੈ, ਕੋਟ ਜੋੜੇ ਲਾਖ ਕਰੋੜੇ ਮਨ ਨਾ ਹੋਰੇ, ਪਰੇ ਪਰੇ ਹੀ ਕੋ ਲੂਝੀਆ, ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀਆ। ਕੋਈ ਵਿਰਲਾ ਆ ਜਿਹੜਾ ਬੁਝਾ ਦੇ, ਅਦਰਵਾਈਜ਼ ਇੱਕ ਤੋਂ ਬਾਅਦ ਦੂਸਰਾ, ਦੂਸਰੇ ਤੋਂ ਬਾਅਦ ਤੀਸਰਾ। ਇਹ ਆਸਾ ਅੰਦੇਸਾ ਬੰਦ ਪੁਰਾਣਾ, ਇੰਨੇ ਵੱਡੇ ਪੱਥਰ ਇਹ ਮਨ ਦੀ ਦੁਨੀਆ ਦੀ ਖੇਡ ਉਹਦੇ ਨਾਲ ਵੱਜੇ ਨੇ ਕਿ ਬੰਦੇ ਦਾ ਨਿਕਲਣਾ ਮੁਸ਼ਕਿਲ ਹੈ। ਮਹਿਲ ਨਾ ਪਾਵੇ ਫਿਰਤ ਬੇਗਾਨਾ। ਜਿਵੇਂ ਕਿਤੇ ਤੁਰ ਕੇ ਜਾਣਾ ਹੋਏ ਤੇ ਪੈਰਾਂ ਨੂੰ ਬੇੜੀਆਂ ਪੱਥਰ ਪਾ ਲਿਓ ਤੇ ਫਿਰ ਤੇ ਕਿੱਥੇ ਪਹੁੰਚੋਗੇ। ਸੁੱਖ ਦਾ ਮਹਿਲ, ਰੱਬ ਦਾ ਮਹਿਲ ਇਹ ਬਹੁਤੀ ਦੂਰ ਨਹੀਂ ਹੈਗਾ, ਪਰ ਉਹ ਆਸਾ ਅੰਦੇਸਾ ਤੁਰਨੇ ਨਹੀਂ ਦਿੰਦੇ। ਉਸੇ ਜਗ੍ਹਾ ਤੇ ਪਕੜ ਕੇ ਬੈਠੇ ਨੇ, ਉਹਨਾਂ ਤੋਂ ਨਾ ਜਿੰਦ ਛੁੱਟਦੀ, ਨਾ ਸੁੱਖ ਦੇ ਮਹਿਲ ਵਿੱਚ ਟਿਕਾਣਾ ਹੁੰਦਾ। ਅੱਜ ਜਿੱਥੋਂ ਅਸੀਂ ਬਚਨ ਅੱਗੇ ਤੋਰਨਾ ਸੀਗਾ ਉਹ ਹੈਗਾ ਕਿ ਸਗਲ ਵਿਆਦ ਕੈ ਵਸ ਕਰ ਦੀਨਾ। ਵਿਆਦ ਮਨ ਦੇ ਰੋਗਾਂ ਨੂੰ ਕਿਹਾ ਗਿਆ। ਅਸਲ 'ਚ ਆਦ, ਵਿਆਦ ਤੇ ਉਪਾਦ, ਤਿੰਨ ਚੀਜ਼ਾਂ ਦਾ ਜ਼ਿਕਰ ਆਉਂਦਾ ਬਾਣੀ 'ਚ ਕਾਫੀ ਜ਼ਿਆਦਾ। ਜਿਹੜੇ ਮਨੋਰੋਗ ਨੇ, ਵਿਆਦ ਇਹ ਕਲੇਸ਼ ਹੈ। ਅਸਲ 'ਚ ਮਨ ਦੀ ਦੁਨੀਆ ਜਿਹੜੀ ਹੈ, ਮਨ ਬੜੇ, ਇਹ ਵੀ ਤੁਸੀਂ ਦੇਖੋਗੇ ਇੱਕ ਐਸੀ ਇਤਨੀ ਸਫਿਸਟੀਕੇਟਿਡ ਤੇ ਇਤਨੀ ਕੰਪਲੈਕਸ ਮਸ਼ੀਨ ਆ ਮਾਈਂਡ, ਬੰਦਾ ਸਮਝ ਕੇ ਵੀ ਨਹੀਂ ਸਮਝ ਪਾ ਰਿਹਾ। ਜਿੰਨਾ ਕਲੇਸ਼ ਆ ਇਹ ਕੋਈ ਹੋਰ ਨਹੀਂ ਸਿਰਜਦਾ, ਮਨ ਸਿਰਜਦਾ ਆ। ਤੁਸੀਂ ਸਪੋਜ਼ ਘਰ ਵਿੱਚ ਹੋ, ਮੰਮੀ ਨੇ ਕੁਛ ਕਿਹਾ, ਡੈਡੀ ਨੇ ਕਿਹਾ, ਕਿਸੇ ਬ੍ਰਦਰ ਸਿਸਟਰ ਨੇ ਕੁਛ ਕਿਹਾ, ਮਨ ਨੂੰ ਉਹ ਚੀਜ਼ ਕਿਤੇ ਨਾ ਕਿਤੇ ਜਿਹੜੀ ਹੈਗੀ ਹੈ ਉਹ ਪਿੰਚ ਕਰ ਗਈ, ਕੋਈ ਲੱਗ ਗਈ, ਤੇ ਮਨ ਨੇ ਅੰਦਰ ਵਾਵਲੇਵੇ ਸ਼ੁਰੂ ਕਰ ਦਿੱਤੇ, ਵਾਵਲੇਵੇ ਸ਼ੁਰੂ ਕਰ ਦਿੱਤੇ। ਤੇਰੀ ਘਰ 'ਚ ਕੋਈ ਵੈਲਿਊ ਨਹੀਂ ਹੈ, ਤੈਨੂੰ ਕੋਈ ਨਹੀਂ ਸਮਝਦਾ ਹੈਗਾ, ਤੂੰ ਤੇ ਇਹਨਾਂ ਸਾਰਿਆਂ ਵਾਸਤੇ ਬਸ ਬੇਗਾਨਾ ਆ, ਇਹੋ ਜਿਹੀਆਂ ਗੱਲਾਂ, ਬਸ ਕਲੇਸ਼ ਹੋਣਾ ਪੈਦਾ ਸ਼ੁਰੂ ਹੋ ਗਿਆ। ਅੱਛਾ, ਕਮਾਲ ਇਹ ਹੈ, ਕਲੇਸ਼ ਇਹ ਪੈਦਾ ਕਰਦਾ ਸਾਰਾ ਕੁਛ।
ਤੇ ਆਪਣੇ ਕੋਲ ਨਹੀਂ ਰੱਖਦਾ। ਨਾ ਨਾ ਨਾ, ਕਲੇਸ਼ ਆਪਣੇ ਕੋਲ ਨਹੀਂ ਰੱਖਦਾ, ਬਲਕਿ ਉਹ ਸਾਰਾ ਕੁਝ ਮਤਲਬ ਬਣਾ ਕੇ ਉਹ ਗੁਬਾਰ ਤੇ ਫਿਰ ਸਰੀਰ ਨੂੰ ਦਿੰਦਾ ਹੈਡਕ ਬਣਾ ਕੇ, ਚੱਲ ਤੂੰ ਹੁਣ ਨਾ ਮਾਈਗ੍ਰੇਨ ਪਊਗਾ। ਸਰੀਰ ਨੂੰ ਦਿੰਦਾ ਕਿਤੇ ਹਾਈ ਬਲੱਡ ਪ੍ਰੈਸ਼ਰ, ਕਿਤੇ ਲੋ ਬਲੱਡ ਪ੍ਰੈਸ਼ਰ ਬਣਾ ਕੇ, ਕਿਤੇ ਅਲਸਰ ਬਣਾ ਦਿੰਦਾ, ਕਿਤੇ ਇਸ ਤਰੀਕੇ ਨਾਲ ਬਣਾਦਾ ਉਹਦੀ ਨੀਂਦ ਗਵਾ ਦਿੰਦਾ। ਸਰੀਰ ਨੂੰ ਕਹਿੰਦਾ ਬਿਮਾਰੀ ਬਣਾ ਕੇ ਹੰਡਾ। ਵਿਆਹ ਇਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਉਪਾਦ ਬਣਦੀ, ਉਹ ਬੰਦੇ 'ਚ ਉਪਦਰਵ ਕ੍ਰੀਏਟ ਕਰਦੀ, ਉਹਦਾ ਜਿਹੜਾ ਜੀਵਨ ਹੈ ਉਸ ਲੈਵਲ 'ਤੇ ਉਹਨੂੰ ਜਿਹੜਾ ਹੈਗਾ ਉਹ ਡਿਸਟਰਬ ਹੋ ਜਾਂਦਾ। ਗੁਰੂ ਸਾਹਿਬ ਕਹਿੰਦੇ ਕਿ ਸਗਲ ਵਿਆਦ ਕੈ ਵਸ ਕਰ ਦੀਨਾ, ਇਹ ਸਾਰਾ ਮਨ ਉਸ ਵਿਆਦ ਕਲੇਸ਼ ਨੇ ਆਪਣੇ ਵਸ 'ਚ ਕੀਤਾ ਹੈ। ਉਹ ਜਦੋਂ ਚਾਹੇ ਔਨ ਕਰਦੇ, ਜਦੋਂ ਚਾਹੇ ਆਫ ਕਰਦੇ। ਹਾਲਾਂਕਿ ਚਾਹੀਦਾ ਇਹ ਨਹੀਂ ਚਾਹੀਦਾ, ਹੋਣਾ ਇਹ ਚਾਹੀਦਾ ਹੈ ਕਿ ਸਾਡਾ ਆਪਣੇ ਆਪ ਉੱਤੇ ਕੰਟਰੋਲ ਹੋਏ। ਅਸੀਂ ਗੱਲਾਂ ਬਾਤਾਂ ਸੋਚਾਂ ਖਿਆਲਾਂ ਨੂੰ ਫਿਲਟਰ ਕਰਕੇ ਅੰਦਰ ਲੈ ਕੇ ਆਈਏ। ਜੇ ਮੈਂ ਤੁਹਾਨੂੰ ਕਾਉਂਸਲਿੰਗ ਸਾਈਡ 'ਤੇ ਇੱਕ ਚੀਜ਼ ਛੋਟੀ ਜਿਹੀ ਬਿਆਨ ਕਰਦਾ ਹਾਂ। ਸਪੋਜ਼ ਕਰੋ ਕੋਈ ਸੱਜਣ ਇਸ ਤਰ੍ਹਾਂ ਕਹਿੰਦੇ ਨੇ, ਜਿਵੇਂ ਸਾਡੇ ਇੱਕ ਦਿਨ ਫੈਮਿਲੀ 'ਚ ਗੱਲ ਹੋ ਰਹੀ ਸੀ, ਕੋਈ ਸਾਡੇ ਮਿੱਤਰ ਹੈਗੇ ਨੇ ਬੜੇ ਦਾਨਿਸ਼ਮੰਦ ਸਾਈਕੋਲੋਜਿਸਟ ਨੇ, ਅਤੇ ਉਹ ਗੱਲਬਾਤ ਹੋ ਰਹੀ ਅਤੇ ਉਹਨਾਂ ਨੂੰ ਕੋਈ ਫੈਮਿਲੀ ਮੈਂਬਰ ਕਹਿੰਦਾ ਵੀ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਪੁੱਛਣੀ ਹੈ। ਉਹ ਕਹਿੰਦੇ ਦੱਸੋ। ਕਹਿੰਦੇ ਗੱਲ ਇਹ ਹੈ ਕਿ ਬੜਾ ਵਧੀਆ ਮੈਂ ਆਈ ਰੀਅਲੀ ਲਵ ਟੂ ਡੂ ਇਟ ਜੋਬ, in job I'm making good money, I have good status over there, everything is fine, but ਇੱਕ ਦੋ co-worker ਨੇ ਉਹ ਬੜੀ ਨੋ ਸਪੋਕਿੰਗ ਬੜੀ ਕਰਦੇ ਨੇ। ਮਤਲਬ ਜਿਹੜਾ ਉਹਨਾਂ ਦਾ ਕੰਮ ਨਹੀਂ ਹੈਗਾ ਉਸ ਕਿਸਮ ਦੀ ਦਖਲ ਅੰਦਾਜ਼ੀ ਕਰਨੀ, ਐਵੇਂ ਹੀ ਪੁੱਛ ਪੜਤਾਲ ਕਰਨੀ, ਐਵੇਂ ਹੀ ਕੁਛ ਨਾ ਕੁਛ ਜਿਹੜਾ ਹੈਗਾ ਆਪਣੇ ਵੱਲੋਂ ਕੋਈ ਨਾ ਕੋਈ ਚੀਜ਼, ਜੇ ਕਿਤੇ ਮੈਂ ਵੀ ਕੋਈ ਚੀਜ਼ ਪ੍ਰੈਜ਼ੈਂਟ ਕੀਤੀ ਹੈ ਤੇ ਇਹ ਟਰਾਈ ਕਰਨੀ ਕਿ ਉਹ ਦੱਸਣ ਵਾਸਤੇ ਕਿ ਇਟ ਵਾਜ਼ ਮਾਈ ਸੁਜੈਸ਼ਨ। ਇਹ ਬੜਾ ਕਈ ਵਾਰੀ ਬੜਾ ਅੰਦਰ ਲੱਗਦਾ ਵੀ ਹੱਦ ਹੋ ਗਈ, ਵੀ ਤੁਸੀਂ ਸਮਾਰਟ ਰਹਿ ਗਏ ਹੋ। ਇਹ ਚੀਜ਼ ਬੜੀ ਤੰਗ ਕਰਦੀ। ਸੋ ਇਹਦੇ ਬਾਰੇ ਕੁਛ ਨਾ ਕੁਛ ਜਿਹੜਾ ਹੈਗਾ ਉਹ ਚੀਜ਼ ਹੈ ਕਿ ਇਰੀਟੇਟ ਹੁੰਦਾ ਮੈਂ ਬਹੁਤ ਜ਼ਿਆਦਾ। ਅਤੇ ਉਹ ਜਦੋਂ ਇਹ ਗੱਲ ਕਹੀ ਨਾ ਅਤੇ ਉਹ ਹੱਸ ਕੇ ਕਹਿੰਦੇ ਕਮਾਲ ਹੈ, ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ। ਐਟਲੀਸਟ ਤੁਹਾਡੀ ਕੋਈ ਇੰਨੀ ਕੇਅਰ ਕਰਨ ਵਾਲਾ ਬੰਦਾ ਤੁਹਾਡੇ ਆਲੇ ਦੁਆਲੇ ਹੈ। ਯੂ ਸ਼ੁੱਡ ਬੀ ਹੈਪੀ, ਐਂਡ ਨੋਟ ਓਨਲੀ ਹੈਪੀ, ਯੂ ਸ਼ੁੱਡ ਬੀ ਵੈਰੀ ਥੈਂਕਫੁਲ ਟੂਵਰਡ ਦੋਜ਼ ਪੀਪਲ whom you saying they are actually no spoker. No, they are really good helper. ਉਹ ਤੈਨੂੰ ਵਾਰ-ਵਾਰ ਕੁਛ ਨਾ ਕੁਛ ਜਿਹੜਾ ਹੈਗਾ ਇਨਪੁਟ ਦੇ ਰਹੇ ਨੇ, ਕੁਛ ਕਰ ਰਹੇ ਨੇ, ਐਪਰੀਸ਼ੀਏਟ ਕਰੋ। ਤੇ ਫਿਰ ਹੱਸ ਕੇ ਕਹਿੰਦੇ ਵਾਪਸ, ਕਹਿੰਦੇ ਨਹੀਂ ਤੁਸੀਂ ਇਤਨਾ ਇਹਨੂੰ ਬੜਾ ਲਾਈਟਲੀ ਲੈ ਗਏ ਹੋ, ਮੈਂ ਤੁਹਾਨੂੰ ਸੀਰੀਅਸ ਇਸ਼ੂ ਦੱਸ ਰਿਹਾ। ਉਹ ਕਹਿੰਦੇ ਮੈਂ ਸੀਰੀਅਸ ਹੀ ਲਿਆ ਇਹਨੂੰ। ਬਸ ਆ ਗੱਲ ਤੁਹਾਡੇ ਮਾਈਂਡ ਵਿੱਚ ਜਾਣੀ ਕਿਵੇਂ ਹੈ, ਫਿਲਟਰ ਕਰਨਾ ਤੁਸੀਂ ਇਹਨੂੰ। ਇੱਕ ਉਹ ਫਿਲਟਰ ਲੱਗਾ ਆ ਜਿਹੜਾ ਇਹ ਕਹਿ ਰਿਹਾ ਵੀ ਉਹ ਹੋਏ ਤੇ ਬਹੁਤ ਮਾੜੇ ਲੋਕ ਨੇ, ਬੜੇ ਗੜਬੜ ਨੇ, ਜੌਬ ਬੜੀ ਵਧੀਆ, ਐਵਰੀਥਿੰਗ ਇਜ਼ ਫਾਈਨ, ਵਧੀਆ ਤਰੀਕੇ ਨਾਲ ਚੱਲ ਰਹੇ ਹੋ। ਜੇ ਉਸ ਫਿਲਟਰ ਨੇ ਇਸ ਤਰੀਕੇ ਦਿੱਤਾ ਗਿਆ ਹੋਏਗਾ ਕਿ ਇਰੀਟੇਟ ਹੋ ਜਾਓਗੇ, ਜੋ ਕਰਨਾ ਚਾਹੁੰਦੇ ਨੇ ਉਹ 'ਚ ਕਾਮਯਾਬ ਹੋ ਜਾਣਗੇ। ਜੇ ਫਿਲਟਰ ਇਹ ਲੱਗਾ ਹੋਏ ਕਿ ਓਕੇ ਦੈਟਸ ਨਨ ਆਫ ਦੇਅਰ ਐਕਚੁਅਲੀ ਜੌਬ, ਦੈਟਸ ਨਨ ਆਫ ਦੇਅਰ ਜਿਹੜਾ ਹੈਗਾ ਇਹਨਾਂ ਦਾ ਕੋਈ ਉਸ ਰੂਪ ਵਿੱਚ ਇਹ ਪ੍ਰੋਵੋਕਿੰਗ ਕਰਨ ਦੀ ਟਰਾਈ ਕਰਦੇ ਨੇ। ਬਟ ਮੈਨੂੰ ਪਤਾ ਮੈਂ ਕੀ ਕਰ ਰਿਹਾ। ਮੈਨੂੰ ਨਾ ਇਹਨਾਂ ਤੋਂ ਐਪਰੀਸ਼ੀਏਸ਼ਨ ਲੈਣ ਦੀ ਲੋੜ ਹੈ, ਨਾ ਇਹਨਾਂ ਤੋਂ ਕੋਈ ਕ੍ਰਿਟਿਸਿਜ਼ਮ ਲੈਣ ਦੀ ਲੋੜ ਹੈ। ਦੇ ਆਰ ਜਸਟ ਹੇਅਰ ਐਜ਼ ਏ ਓਬਜ਼ਰਵਰ, ਐਜ਼ ਏ ਵਿਊਅਰ ਐਂਡ ਐਜ਼ ਏ ਵਿਊਅਰ। ਜਿਵੇਂ ਗਰਾਊਂਡ 'ਚ ਗੇਮ ਚੱਲ ਰਹੀ ਹੋਏ ਕੋਈ, ਤੇ ਬਾਹਰ ਬੈਠੇ ਵਿਊਅਰਸ ਜਿਹੜੇ ਨੇ ਉਹ ਐਵੇਂ ਯੈਲ ਕਰੀ ਜਾਣ, ਤੇ ਜਿਹੜਾ ਗਰਾਊਂਡ 'ਚ ਖੇਡਣ ਵਾਲਾ ਬੰਦਾ ਆ ਉਹ ਉਹਨਾਂ ਦੀ ਗੱਲ ਸੁਣ ਕੇ ਆਪਣੀ ਗੇਮ ਖਰਾਬ ਕਰ ਲੇ। ਦੈਟ ਮੀਨ ਉਹ ਫਿਰ ਤੇ ਉਹ ਐਕਚੁਅਲੀ ਭੁੱਲ ਗਿਆ ਨਾ ਵੀ ਮੇਰੀ ਜੌਬ ਕੀ ਹੈ। ਉਹ ਜਦੋਂ ਸਾਰੀ ਗੱਲਬਾਤ ਫਿਰ ਦੁਬਾਰਾ ਡਿਟੇਲ 'ਚ ਡਿਸਕਸ ਹੋਈ ਨਾ, ਅਤੇ ਉਹ ਫਿਰ ਸਾਡੇ ਉਹ ਫੈਮਿਲੀ ਮੈਂਬਰ ਕਹਿੰਦੇ ਥੈਂਕ ਯੂ, ਆਈ ਰੀਅਲੀ ਲਾਈਕ ਇਟ। ਹੁਣ ਅਹਿਸਾਸ ਹੋਇਆ ਐਕਚੁਅਲੀ ਬਾਣੀ ਦਾ ਕੌਨਸੈਪਟ ਹੈ। ਬਾਣੀ ਕਹਿ ਰਹੀ ਹੈ ਇਸ ਵਿਆਹ ਦੇ 'ਚ ਨਾ ਉਲਝੀ। ਇਹ ਕਲਾ ਕਲੇਸ਼ ਜਿਹੜਾ ਆ ਬਾਹਰੋਂ ਕਿਤੋਂ ਨਹੀਂ, ਮਨ ਦੀ ਦੁਨੀਆ ਇੱਕ ਫਿਲਟਰ ਐਸਾ, ਹਰ ਚੀਜ਼ ਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਅੰਦਰ ਫਾਈਲ ਕਰਨਾ। ਗੁਰੂ ਬਾਬਾ ਜੀ ਕਹਿੰਦੇ ਸਗਲ ਵਿਆਦ ਕੈ ਵਸਕਰ ਦੀਨਾ, ਫਿਰਤ ਪਿਆਸ ਜੋ ਜਲਬਿਨ ਮੀਨਾ। ਹੁਣ ਮੱਛੀ ਹੈ, ਮੱਛੀ ਕੀ ਹੈ? ਮੱਛੀ ਤੜਪਦੀ ਹੈ। ਹੁਣ ਮੱਛੀ ਤੜਪ ਰਹੀ ਹੈ, ਮੱਛੀ ਨੂੰ ਕੋਈ ਕਹੇ ਤੜਪਣ ਕਿਉਂ ਦਈ ਹੈ? ਤੈਨੂੰ ਕਿਹੜਾ ਕੋਈ ਮਾਰਦਾ, ਤੈਨੂੰ ਕਿਹੜਾ ਕੋਈ ਡਰਾ ਰਿਹਾ ਹੈ? ਉਹ ਕੌਣ ਦੱਸੇ ਵੀ ਮੱਛੀ ਤੇ ਪਾਣੀ ਤੋਂ ਬਿਨਾਂ ਤੜਪ ਰਹੀ ਹੈ। ਹੁਣ ਜਿਹੜਾ ਪਾਣੀ ਹੈ ਇਹ ਹੈ ਸਾਡੀ ਕੰਫਰਟ ਜ਼ੋਨ। ਮਨ ਇੱਕ ਆਪਣੀ ਕਾਲਪਨਿਕ, ਇੱਕ ਇਮੈਜਨਰੀ ਕੰਫਰਟ ਜ਼ੋਨ ਲੱਭ ਰਿਹਾ ਜੋ ਰਿਐਲਿਟੀ 'ਚ ਹੈ ਨਹੀਂ।
ਹੁਣ ਜਿੱਥੇ ਹੈ ਇਹਨੂੰ ਉਹ ਕੰਫਰਟ ਹੀ ਨਹੀਂ ਸਮਝਦਾ, ਇਹਨੂੰ ਸਮਝਦਾ ਨਹੀਂ ਨਹੀਂ ਇਹ ਨਹੀਂ ਠੀਕ ਹੈਗੀ, ਤੜਪ ਰਿਹਾ ਮੱਛੀ ਦੀ ਤਰ੍ਹਾਂ। ਨਾ ਮਾਫੀ ਮੰਗਾਂਗਾ, ਆਪ ਤੇ ਦੇਵਤੇ ਵਰਗੇ ਲੋਕ ਗੁਰੂ ਕੇ ਹਜ਼ੂਰ ਬੈਠੇ ਹੋ, ਅਦਰਵਾਈਜ਼ ਬੰਦੇ ਨੂੰ ਨਾ ਘਰ ਚੰਗਾ ਲੱਗਦਾ ਹੈ, ਨਾ ਕੰਮ ਚੰਗਾ ਲੱਗਦਾ ਹੈ। ਨਹੀਂ ਨਹੀਂ ਇਹ ਮੇਰੀ ਆਈਡੀਅਲ ਜੌਬ ਨਹੀਂ, ਮੇਰਾ ਆਈਡੀਅਲ ਘਰ ਨਹੀਂ, ਮੇਰਾ ਆਈਡੀਅਲ ਫੈਮਿਲੀ ਨਹੀਂ, ਜੋ ਮੈਂ ਮਤਲਬ ਇਹ ਵੀ ਜਿਵੇਂ ਉਹ ਪਾਣੀ ਹੈ ਨਹੀਂ ਤੇ ਜਿਹੜਾ ਹੈ ਉਹਦੇ 'ਚ ਰਹਿ ਨਹੀਂ ਸਕਦਾ ਤੇ ਮੱਛੀ ਦੀ ਤਰ੍ਹਾਂ ਤੜਪ ਰਿਹਾ। ਇਹ ਮਨ ਦੀ ਦਸ਼ਾ ਆ। ਜੇ ਸਮਝੇਂਗਾ ਇਸ ਚੀਜ਼ ਨੂੰ, ਗੁਰੂ ਬਾਬਾ ਜੀ ਨੇ ਕਿਹਾ ਹਾਲਤ ਹੈ ਫਿਰਤ ਪਿਆਸ ਜੋ ਜਲ ਬਿਨ ਮੀਨਾ, ਫਿਰ ਕਿਆ ਕਛੂ ਸਿਆਣਪ ਉਕਤ ਨਾ ਮੋਰੀ। ਵੈਸੇ ਮਨ ਦੀ ਦੁਨੀਆ ਸਾਡੇ ਅੰਦਰ ਲਗਾਤਾਰ ਬੋਲਦੀ ਹੈ, ਸਾਡੇ ਤੋਂ ਚਲਾਕ ਸਿਆਣਾ ਬੰਦਾ ਕੋਈ ਨਹੀਂ ਧਰਤੀ ਦੇ ਉੱਤੇ, ਡੋਂਟ ਵਰੀ, ਕਿਸੇ ਨੂੰ ਕੁਝ ਨਹੀਂ ਪਤਾ ਜਿੰਨਾ ਮੈਨੂੰ ਪਤਾ ਹੈ। ਇਹ ਮਨ ਕਹਿ ਰਿਹਾ ਸਾਨੂੰ ਵਾਰ-ਵਾਰ। ਪਰ ਜਦੋਂ ਬੰਦਾ ਡੀਪ ਲੈਵਲ ਤੇ ਜਾਏਗਾ, ਮਨ ਦੇ ਵਿੱਚ ਸਿਆਣਪ ਨਹੀਂ ਹੈਗੀ, ਮਨ ਬਹੁਤ ਵੱਡਾ ਲਾਈ ਲੱਗ ਗਿਆ ਤੇ ਆਲੇ ਦੁਆਲੇ ਦਾ ਪ੍ਰਭਾਵ, ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਮਨ ਦਾ ਸੁਭਾਅ ਪਤਾ ਕਿਵੇਂ ਦਾ, ਪਾਣੀ ਵਰਗਾ। ਪਾਣੀ ਨੂੰ ਕਦੇ ਧਿਆਨ ਨਾਲ ਦੇਖੋ, ਪਾਣੀ ਦਾ ਕੋਈ ਰੰਗ ਨਹੀਂ ਹੁੰਦਾ, ਜਿਵੇਂ ਦਾ ਕੋਈ ਉਹਦੇ 'ਚ ਰੰਗ ਪਾ ਦੇ ਪਾਣੀ ਉਹੋ ਜਿਹਾ ਰੰਗ ਹੀ ਧਾਰਨ ਕਰ ਲੈਂਦਾ। ਮਨ ਦੀ ਦੁਨੀਆ ਇਤਨੀ ਜਲਦੀ ਇਨਫਲੂਐਂਸ ਲੈ ਲੈਂਦੀ ਹੈ, ਕਿਸੇ ਦਾ ਵੀ, ਮਾੜੇ ਦਾ ਵੀ ਚੰਗੇ ਦਾ ਵੀ, ਉਹ ਸਾਰੇ ਰੂਪ ਦੇ ਵਿੱਚ। ਫਿਰ ਇਹ ਆਪਣਾ ਇਹਦਾ ਕੀ ਹੈ, ਆਪਣੀ ਤੇ ਕੋਈ ਚਲਾਕੀ ਨਹੀਂ। ਇਸੇ ਲਈ ਸਿੱਖੀ ਆਸ਼ੇ 'ਚ ਕਿਹਾ ਗਿਆ ਗੁਰੂ ਕੀ ਮੱਤ ਲੈ, ਗੁਰੂ का डिसाइपल हो जा। ਮਨ ਦੀ ਦੁਨੀਆ ਜੋ ਮਰਜ਼ੀ ਕਹੇ, ਫਾਈਨਲ ਥਾਟ ਜਿਹੜਾ ਗੁਰੂ ਦਾ ਆ ਮੇਰੇ ਗੁਰੂ ਦਾ ਉਪਦੇਸ਼ ਆ ਮੇਰੀ ਹੈਰੀਟੇਜ ਚੋਂ ਆ ਰਿਹਾ, ਆ ਚੀਜ਼ ਮੈਂ ਇਹਨੂੰ ਹੀ ਫੋਲੋ ਕਰਨਾ ਹੈ। ਜਦੋਂ ਇੱਕ ਮਨ ਨੂੰ ਇਹ ਬਿਲਕੁਲ ਉਹੀ ਤੁਸੀਂ ਗਰਾਊਂਡ ਪਲੇ ਕਰਨ ਵਾਸਤੇ ਦੇਵੋਗੇ, ਉਹੀ ਤੁਸੀਂ ਕ੍ਰਾਈਟੇਰੀਆ ਬਣਾ ਕੇ ਦੇਵੋਗੇ, ਮਨ ਦੀ ਦੁਨੀਆ ਸਵਰੇਗੀ। ਸਾਡੇ ਬਜ਼ੁਰਗਾਂ ਨੇ ਸਵਾਰੀ ਮਨ ਦੀ ਦੁਨੀਆ। ਮਤਲਬ ਉਸ ਖਿੱਤੇ ਦੇ ਵਿੱਚ ਜਿੱਥੇ ਕਿਹਾ ਜਾਂਦਾ ਸੀਗਾ ਕਿ ਸਾਡੀ ਨਾ ਫਲਾਣੇ ਪਰਿਵਾਰ ਦੇ ਨਾਲ ਚੁੱਲ੍ਹੇ ਹੁੱਕੇ ਦੀ ਸਾਂਝ ਹੈ। ਇਹ ਪੰਜਾਬੀ ਕਲਚਰ ਦੇ ਵਿੱਚ ਇੱਕ ਬੋਲ ਬਾਣੀ ਦਾ ਹਿੱਸਾ ਸੀਗਾ। ਮਤਲਬ ਹੁੱਕਾ ਜਿਹੜਾ ਆ ਨਾ, ਸਮੋਕ ਕਰਨਾ, ਧੂਆਂ ਪੀਣਾ, ਇਹ ਇੱਕ ਜਿਹੜਾ ਬੈਠਕ ਦਾ ਹਿੱਸਾ ਸੀਗਾ ਲੋਕਾਂ ਦਾ, ਇਕੱਠ ਦੇ ਬਹਿਣ ਦਾ। ਲੋਕ ਇਸ ਤਰੀਕੇ ਨਾਲ ਘਰ ਬਾਰ ਵਿੱਚ ਬਾਹਰ ਬੈਠ ਕੇ ਇਸ ਤਰੀਕੇ ਨਾਲ ਸਾਰਾ ਕੁਝ ਕਰਦੇ ਹੁੰਦੇ ਸੀਗੇ। ਅਜੇ ਵੀ ਤੁਸੀਂ ਪੰਜਾਬ ਦੇ ਕੁਝ ਇਲਾਕੇ ਨੂੰ ਛੱਡ ਕੇ ਆਊਟ ਆਫ ਸਿੱਖ ਪਰਿਵਾਰ ਤੇ ਸਿੱਖ ਰੀਜਨ ਤੋਂ ਚਲੇ ਜਾਓ ਤੇ ਤੁਹਾਨੂੰ ਪਤਾ ਲੱਗਾ ਲੋਕ ਅੱਜ ਵੀ ਇਹ ਕਰਦੇ ਨੇ। ਆਪ ਅਹਿਸਾਸ ਕਰੋਗੇ ਕੰਪਲੀਟਲੀ ਚੇਂਜ ਆ ਗਿਆ, ਇਹ ਚੀਜ਼ ਹੀ ਨਿਕਲ ਗਈ ਵਿੱਚੋਂ, ਖਤਮ ਹੋ ਗਈ। ਬਲਕਿ ਇਹਨੂੰ ਕਿਹਾ ਗਿਆ ਤਮਾਕੂ ਨੋਸ਼ੀ ਜਗਤ ਝੂਠ ਹੈ, ਇਸ ਤੋਂ ਮਾੜੀ ਚੀਜ਼ ਕੋਈ ਨਹੀਂ ਗੀ। ਕਿਤੇ ਮਨ ਮੰਨਦਾ ਆ ਨਸ਼ੇ ਦੀ ਹਾਲਤ ਜਿਹੜੀ ਹੈ, ਨਿਕੋਟਿਨ ਦੀ ਕ੍ਰੇਵਿੰਗ ਜਿਹੜੀ ਹੈ, ਨਿਕੋਟਿਨ ਦੀ ਜਿਹੜੀ ਉਹ ਇਤਨੀ ਅਲਾਮਤ ਆ ਵੈਸਟਰਨ ਵਰਲਡ ਦੇ ਵਿੱਚ, ਇਤਨੇ ਐਜੂਕੇਟਡ ਹੋ ਕੇ ਵੀ ਲੋਕ ਜਿਹੜੇ ਮਰ ਚੱਲੇ ਨੇ, ਜਿਨ੍ਹਾਂ ਦੀਆਂ ਪੁਸ਼ਤਾਂ 'ਚ ਪਈ ਹੋਏਗੀ, ਉਹ ਕਿਵੇਂ ਨਿਕਲਣਗੇ? ਨਾ, ਗੁਰੂ ਕੋਲੋਂ ਮੱਤ ਮਿਲ ਗਈ। ਮੱਤ ਨੇ ਇਹ ਕਿਹਾ ਜਿਹੜੀ ਚੀਜ਼ ਪ੍ਰਸ਼ਾਦੇ ਤੋਂ ਬਿਨਾਂ ਅਮਲ ਨਹੀਂ ਕਰਨਾ ਕਿਸੇ ਚੀਜ਼ ਦਾ ਹੋਵੇ। ਤੇ ਇਹ ਨਹੀਂ 2 4 5 ਪਰਿਵਾਰ, ਪੂਰਾ ਸਿੱਖ ਸਮਾਜ, ਪੂਰੀ ਸਿੱਖ ਕਮਿਊਨਿਟੀ ਚੇਂਜ ਹੋ ਗਈ। ਇਹ ਹੈ ਮੱਤ। ਜਦੋਂ ਅੱਗੇ ਲੱਗ ਜੇ ਮਨ ਆਪ ਹੀ ਬਦਲ ਜਾਂਦਾ, ਤੇ ਐਸਾ ਬਦਲਦਾ ਆ ਮੁੜ ਕੇ ਉਸ ਪਾਸੇ ਜਾਂਦਾ ਹੀ ਨਹੀਂ। ਗੁਰੂ ਬਾਬਾ ਜੀ ਨੇ ਇੱਥੇ ਕਿਹਾ ਕਿ ਜਿਹੜੀ ਆਹ ਹਾਲਤ ਆ ਮਨ ਦੀ ਦੁਨੀਆ ਦੇ ਵਿੱਚ, ਕਿ ਇਹ ਲਗਾਤਾਰ ਫਿਰਤ ਪਿਆਸ ਜੋ ਜਲ ਬਿਨ ਮੀਨਾ, ਇਹ ਲਗਾਤਾਰ ਉਸ ਦੁਨੀਆ ਵਿੱਚ ਗਵਾਚਾ ਹੋਇਆ। ਕਛੂ ਸਿਆਣਪ ਉਕਤ ਨਾ ਮੋਰੀ। ਇੱਥੇ ਕਿਹਾ ਜਾਏ ਕਿ ਬੜਾ ਸਿਆਣਾ ਆ, ਬੜਾ, ਗੁਰੂ ਸਾਹਿਬ ਕਹਿੰਦੇ ਨਾ ਨਾ ਨਾ, ਇਹਦੇ ਵਿੱਚ ਕੋਈ ਸਿਆਣਪ ਨਹੀਂ ਹੈ, ਇਹਦੇ 'ਚ ਕੋਈ ਆਪਣਾ ਕੋਈ ਜਿਹਦੇ 'ਚ ਸੋਝੀ ਵਾਲਾ ਕਨਸੈਪਟ ਨਹੀਂ ਹੈਗਾ। ਏਕ ਆਸ ਠਾਕੁਰ ਪ੍ਰਭ ਤੋਰੀ। ਅਰਦਾਸ ਕਰੋ, हे ਅਕਾਲ ਪੁਰਖ ਵਾਹਿਗੁਰੂ, ਤੂੰ ਹੀ ਤਰਸ ਕਰ, ਸਾਡੇ ਤੋਂ ਮਨ ਬੇਕਾਬੂ ਹੈ, ਤੂੰ ਤਰਸ ਕਰੇਗਾ, ਹੋ ਸਕਦਾ ਮਨ ਦੀ ਦੁਨੀਆ ਕੁਝ ਸਬਰੇ। ਹੁਣ ਅੰਤਲੀਆਂ ਦੋ ਪਦੇ ਨੇ, ਕਰੋ ਬੇਨਤੀ ਸੰਤਨ ਪਾਸੈ, ਕਰੋ ਬੇਨਤੀ ਸੰਤਨ ਪਾਸੈ, ਸੰਤਨ ਸਤਸੰਗੀ ਜਨ। ਚੰਗੇਰਿਆਂ ਦੀ ਸੰਗਤ ਵਾਰ-ਵਾਰ ਬਾਣੀ ਕਹਿ ਰਹੀ ਹੈ, ਜਿਹਨੂੰ ਅਸੀਂ ਅੰਗਰੇਜ਼ੀ 'ਚ ਸ਼ੈਡੋਇੰਗ ਕਹਿੰਦੇ ਆ। ਇਹ ਬੜੀ ਜ਼ਰੂਰੀ ਹੈ। ਜੇ ਸਾਡੇ ਆਲੇ ਦੁਆਲੇ ਚੰਗਾ ਸੰਗ ਨਹੀਂ ਗਾ, ਸਾਡੇ ਜੀਵਨ ਦੇ ਵਿੱਚ ਚੰਗੇਰਾ ਪ੍ਰਭਾਵ ਨਹੀਂ ਪੈ ਸਕੇਗਾ। ਜਿਵੇਂ ਜਿਹੋ ਜਿਹੀ ਤੁਹਾਡੀ ਕੰਪਨੀ ਹੈ, ਜਿਹੋ ਜਿਹਾ ਤੁਹਾਡਾ ਆਲਾ ਦੁਆਲਾ ਆ, ਜਿਹੋ ਜਿਹੇ ਤੁਹਾਡੇ ਐਸੋਸੀਏਟ ਨੇ, ਤੁਹਾਡਾ ਜੀਵਨ ਉਸੇ ਕਿਸਮ ਦੇ ਨਾਲ ਹੀ ਬਣਨਾ ਸ਼ੁਰੂ ਹੋ ਜਾਏਗਾ। ਗੁਰੂ ਬਾਬਾ ਜੀ ਕਹਿੰਦੇ ਅਰਦਾਸ ਹੈ ਦਾਤਾ, ਕਰੋ ਬੇਨਤੀ ਸੰਤਨ ਪਾਸੈ,
ਜਿਹੜੇ तेरे नाल जुड़ियां रूहां ने, कुछ संत रूहां, उस बिरती की बात हो रही है। मेल लह नानक अरदासे, नानक दी अरदास है, मला लै उन्हां दे नाल, सांझ बन जे उन्हां दे नाल। हुण बिल्कुल अंतला पता जिहड़ा रहाओ दूजा आ, पहला रहाओ सीगा, फिर एक बार देख लेना, मेरे मन अगम अगोचर कथ पाईया पूर्ण परमेश्वर। मेरे मन तू अगम अगोचर है, तू ते आप नहीं, मैं तेनू नहीं जानदा, मैं परमेश्वर नू किवें जाणांगा। ਹੁਣ ਜਿਹੜਾ ਇਹਦਾ ਜਵਾਬ ਆ ਰਿਹਾ ਇਹਦੇ 'ਚ, ਭਇਓ ਕਿਰਪਾਲ ਸਾਧ ਸੰਗ ਪਾਇਆ, ਦੁਹਰਾ ਕੇ ਕਹਿ ਦਿੱਤੇ। ਜਦੋਂ ਦਾਤਾ ਤਰਸ ਕਰਦਾ ਆ, ਫਿਰ ਸਾਧ ਸੰਗ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਲੋਕਾਂ ਨੇ ਆਪਣੇ ਆਪ ਨੂੰ ਸਾਧਿਆ ਸੁਧਾਰਿਆ, ਉਹਨਾਂ ਦਾ ਸੰਗ ਮਿਲ ਸਕਦਾ ਆ। ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ। ਤ੍ਰਿਪਤੇ ਪੂਰਾ ਪਾਇਆ, ਅਸਲ ਵਿੱਚ ਤੇ ਉਹ ਮਿਲਿਆ ਆ, ਉਹ ਦੂਰ ਤੇ ਹੈ ਨਹੀਂ ਕਿਤੇ। ਕਤ ਪਾਈਆ ਪੂਰਨ ਪਰਮੇਸ਼ਰ। ਸਹੀ ਜਿਹੜੀ ਚੀਜ਼ ਦੀ ਲੈਕਿੰਗ ਕਰ ਰਹੇ ਹਾਂ ਉਹ ਹੈ ਤ੍ਰਿਪਤੀ। ਤ੍ਰਿਪਤੀ ਦਾ ਮਤਲਬ ਹੈ ਇੱਕ ਅਜੀਬ ਤਰ੍ਹਾਂ ਦੀ ਭੁੱਖ। ਬੰਦੇ ਨੂੰ ਜਿਹੜੀ ਭੁੱਖ ਲਗਾਤਾਰ ਮਾਰ ਰਹੀ ਆ, ਉਸ ਭੁੱਖ ਤੋਂ ਬਾਹਰ ਨਿਕਲ ਕੇ ਤ੍ਰਿਪਤ ਅਵਸਥਾ 'ਚ ਆ ਜਾਣਾ। ਮਤਲਬ ਉਹ ਭੁੱਖ ਨਾ ਰਹਿ ਜਾਏ, ਜਿਹੜੀ ਅਜੀਬ ਤਰ੍ਹਾਂ ਦੀ ਹਾਲਤ ਹੈ। ਇਹਨੂੰ ਮੈਂ ਸਰਲ ਕਰਕੇ ਜੇ ਬਿਆਨ ਕਰਾਂ ਤੇ ਇਸ ਰੂਪ ਵਿੱਚ ਜਾਣੋ ਇਹਨੂੰ, ਕਿ ਜਿਹਨੂੰ ਅਸੀਂ ਕ੍ਰੇਵਿੰਗ ਕਹਿੰਦੇ ਹਾਂ। ਕਈ ਵਾਰੀ ਬੰਦਾ ਇੱਕ ਐਸੀ ਹਾਲਤ ਵਿੱਚ ਆ कि जो मिल रहा है, जो प्राप्त है, जो है, उस सारे वास्ते ग्रेटफुल होना, थैंकफुल होना, ये भुली जा रहा है। तुसी घरां विच देखो, बच्चे ने डिमांड्स करते हैं, पूरियां करी जाते हो, किसी एक दिन कोई नहीं पूरी होंदी, बिल्कुल बिहेवियर दूजा हो जाता। लगता है इन्ना कुछ कीता सीगा, जिन्होंने साहब ने कहा ना, 10 वस्तु ले पाछे पावै, एक वस्त कारण बिखोट गवावै। एक वास्ते भी खुटर हो गया। तृप्ति एक्चुअल लैवल ते यह है जो तो बंदा डीप लैवल ते सोचे तो पता लगे, ओहो हर चीज़ ते मिल रही है। सही तरीके नाल सोचे। अज कोविड विच आ, उस मुबालिक भी हाल वेखो, जिथे नंबर ते नंबर वधी जा रहे हैं, तो हालत यह है लोगों को साह लेना मुश्किल हो गया। जो तो कोई तुहानूं फोन करके पूछे, ईवन ज़्यादा दूर क्यों जाने, इत्थे वाशिंगटन चले जाइए, कैलीफोर्निया चले जाइए, वाइल्ड फायर करके जिहड़ी हालत बनी पई है। बंदा कई बार कहेगा कि इत्थे बैठे हाँ इस तरीके नाल, काहदे वास्ते भाई साहब, काहदी तृप्ति है, काहदा भाई, जे बंदे नूं साह आ रहा है, जीवन चल रहा है, होर शुकराना इत्थों ही शुकराना शुरू होना ये है। गुरु बाबा जी कहते साह साह धन्नवाद कर, पल पल धन्नवाद कर। यही एक्चुअली सारे ध्यान नाल देखेगा ना, फिर तृप्त हो जाएगा। फिर एक लैवल ते अंदर बात आएगी, की मंगा, की कहा, की दे दे दाता, जो दे रहे मैं तो धन्नवाद भी नहीं कर सकता। ये है पूर्ण परमेश्वर की दशा। ये है असल रियलिटी दे विच रियल सैल्फ बनने की बात। गुरु अर्जन साहब उत्थे आके बात मुकाउंदे, साहब रहमत करन इन्हां आलमी वाक़िआं चों असी इस पावन प्रसाद नूं अपनी सुरत च पा सकीए। ये दिली अरदास आ। इन्नियां क बिनतियां नाल खिमा भुलां गलतियां ना चतारिओ जे। सब प्रेम कह देना जी। वाहिगुरू जी का खालसा, वाहिगुरू जी की फतेह।